ਪਿਆਰੇ ਨਾਮ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। And to all of you, Merry Christmas. Can you say Merry Christmas? Merry Christmas. ਔਰ ਪ੍ਰਭੂ ਨੇ ਸਾਨੂੰ ਇਹ ਬੜਾ ਪਵਿੱਤਰ ਮੌਕਾ ਦਿੱਤਾ ਕਿ ਅਸੀਂ ਸਾਰੇ ਜਾਣੇ ਅੱਜ ਉਸ ਦੇ ਘਰ ਦੇ ਵਿੱਚ ਇਕੱਠੇ ਹੋ ਸਕੀਏ। I welcome you all in the name of Jesus Christ, our Lord and Savior. What a wonderful day today. It's a Christmas. It's the day that Christ came. The Messiah came. And we celebrate that day. And just to glorify his name, to give thanks to him that he came and he is among us. He is among us today. Where two or three gather together in my name, I am there. ਪ੍ਰਭੂ ਯਿਸੂ ਨੇ ਕਿਹਾ ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਆ ਉੱਥੇ ਮੈਂ। ਸੋ ਪ੍ਰਭੂ ਦੇ ਨਾਮ ਦੇ ਵਿੱਚ, ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਉਸ ਦੇ ਘਰ ਦੇ ਵਿੱਚ ਸਵਾਗਤ ਕਰਦਾ। ਸਾਡੇ ਭੈਣ ਭਰਾ ਆਸਤਾ ਆ ਰਹੇ ਆ, ਲੇਕਿਨ ਆਓ ਅਸੀਂ ਆਪਣੀ ਅੱਜ ਦੀ ਇਸ ਮੀਟਿੰਗ ਨੂੰ ਸ਼ੁਰੂ ਕਰੀਏ ਔਰ ਭਜਨ ਬੰਦਗੀ ਦੇ ਨਾਲ ਪ੍ਰਭੂ ਦੇ ਨਾਮ ਨੂੰ ਉੱਚਾ ਕਰੀਏ। And we will see how many people are celebrating today. 2,000 years ago, when Christ came, there was celebration everywhere. Heavens were celebrating, angels were celebrating, prophets were celebrating, and lowly people were also celebrating. ਅੱਜ ਦਾ ਜਿਹੜਾ ਦਿਨ ਇਹ ਖੁਸ਼ੀਆਂ ਮਨਾਉਣ ਦਾ ਦਿਨ। ਪ੍ਰਭੂ ਯਿਸੂ ਜਿਸ ਵੇਲੇ 2000 ਸਾਲ ਪਹਿਲਾਂ ਆਇਆ ਤਾਂ ਅੱਜ ਅਸੀਂ ਵਚਨ ਦੇ ਵਿੱਚੋਂ ਪੜ੍ਹਾਂਗੇ ਕਿ ਕੌਣ ਖੁਸ਼ੀਆਂ ਮਨਾ ਰਿਹਾ ਸੀ। ਅਸੀਂ ਵਚਨ ਦੇ ਵਿੱਚੋਂ ਪੜ੍ਹਾਂਗੇ ਕਿ ਸਵਰਗ ਖੁਸ਼ੀਆਂ ਮਨਾ ਰਿਹਾ ਸੀ। ਅਸੀਂ ਵਚਨ ਦੇ ਵਿੱਚੋਂ ਦੇਖਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਦੇ ਉਹ ਲੋਕ ਜਿਨ੍ਹਾਂ ਨੂੰ ਨਬੀ, ਜਿਨ੍ਹਾਂ ਨੂੰ ਗੁਰੂ ਕਿਹਾ ਜਾਂਦਾ, ਉਹ ਖੁਸ਼ੀਆਂ ਮਨਾ ਰਹੇ ਸੀ। ਅਸੀਂ ਵਚਨ 'ਚ ਦੇਖਾਂਗੇ ਕਿਸ ਤਰ੍ਹਾਂ ਸਧਾਰਨ ਲੋਕ, ਚਰਵਾਹੇ ਖੁਸ਼ੀਆਂ ਮਨਾ ਰਹੇ ਸੀ। ਲੇਕਿਨ ਆਓ ਇਸ ਦਿਨ ਨੂੰ ਇੱਕ ਖੁਸ਼ੀਆਂ ਭਰੇ ਗੀਤ ਦੇ ਨਾਲ ਸ਼ੁਰੂ ਕਰੀਏ। ਆਓ ਖੁਸ਼ੀਆਂ ਮਨਾਈਏ ਹੁਣ ਸਾਰੇ। खुशियाँ मनाइए आज सारे, आओ खुशियाँ मनाइए आज सारे। नारे रज रज मारिए नारे के यसु साडा आया जग ते, के यसु साडा आया जग ते। आओ खुशियाँ मनाइए आज सारे, आओ खुशियाँ मनाइए आज सारे। नारे रज रज मारिए नारे
ਛਡਾਇਆ ਜਗ ਕੇ। ਜਨਮ ਦੇ ਬਾਰੇ ਜਿਸ ਲਈ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਔਰ ਇਸ ਸੈਲੀਬ੍ਰੇਸ਼ਨ ਦੇ ਬਾਰੇ ਪੜ੍ਹਦੇ ਹਾਂ, ਤੇ ਪ੍ਰਭੂ ਦੇ ਵਚਨ ਦੇ ਵਿੱਚ Matthew chapter 1 verse 18 to 23, if you have a Bibles in English, because I am not going to read in English, I'm only going to read in Punjabi. So ਉਸ ਦੇ ਵਿੱਚ ਪ੍ਰਭੂ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ, ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ ਕਿ ਉਹਨਾਂ ਦੀ ਮਾਤਾ ਮਰੀਅਮ ਦੀ ਮੰਗਣੀ ਯੂਸਫ ਦੇ ਨਾਲ ਹੋਈ ਸੀ। ਪਰ ਮਰੀਅਮ ਅਤੇ ਯੂਸਫ ਦੇ ਵਿਆਹ ਤੋਂ ਪਹਿਲਾਂ ਹੀ ਮਰੀਅਮ ਨੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੁਆਰਾ ਗਰਭਵਤੀ ਹੋਇਆ ਅਨੁਭਵ ਕੀਤਾ। ਯੂਸਫ ਜਿਸ ਦੇ ਨਾਲ ਉਸ ਦੀ ਮੰਗਣੀ ਹੋਈ ਸੀ, ਇੱਕ ਇਨਸਾਫ ਪਸੰਦ ਆਦਮੀ ਸੀ। ਉਹ ਮਰੀਅਮ ਨੂੰ ਖੁੱਲ੍ਹੇਆਮ ਬੇਇੱਜ਼ਤ ਕਰਨਾ ਨਹੀਂ ਚਾਹੁੰਦਾ ਸੀ, ਇਸ ਲਈ ਉਸਨੇ ਚੁੱਪਚਾਪ ਮੰਗਣੀ ਤੋੜਨ ਦਾ ਵਿਚਾਰ ਕੀਤਾ। ਪਰ ਅਜੇ ਉਹ ਇਸ ਮਾਮਲੇ ਦੇ ਬਾਰੇ ਸੋਚ ਵਿਚਾਰ ਹੀ ਕਰ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਦੇ ਵਿੱਚ ਦਰਸ਼ਨ ਦੇ ਕੇ ਕਿਹਾ, ਯੂਸਫ, ਦਾਊਦ ਦੀ ਸੰਤਾਨ, ਮਰੀਅਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ, ਕਿਉਂਕਿ ਜੋ ਕੁਝ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਦੇ ਵੱਲੋਂ ਹੈ। ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਯਸੂ ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਤੁਸੀਂ ਬਾਰ-ਬਾਰ ਇੱਕ ਚੀਜ਼ ਦੇਖੋਗੇ, ਜਿੱਥੇ ਜਿੱਥੇ ਯਸੂ ਦਾ ਨਾਮ ਆਏਗਾ, ਨਾਲ ਨਾਲ ਪਾਪਾਂ ਤੋਂ ਬਚਾ, ਪਾਪੀ ਦਾ ਬਚਾ, ਇਹ ਦੋ ਸ਼ਬਦ ਜ਼ਰੂਰ ਆਉਣਗੇ। ਉਹ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੇ ਨਬੀ ਦੇ ਦੁਆਰਾ ਕਿਆ ਹੋਇਆ, ਇਹ ਵਚਨ ਪੂਰਾ ਹੋਵੇ। ਇੱਕ ਕੁਆਰੀ ਗਰਭਵਤੀ ਹੋਵੇਗੀ। ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ 700 ਸਾਲ ਪਹਿਲਾਂ ਇੱਕ ਫਕੀਰ ਨੇ, ਇੱਕ ਪ੍ਰਭੂ ਦੇ ਨਬੀ ਨੇ ਇਹ ਚੀਜ਼ ਲਿਖੀ ਸੀ, ਇਹ ਲਿਖਤ ਲਿਖੀ ਸੀ, ਜੋ ਫਰਿਸ਼ਤਾ ਉਸ ਨੂੰ ਯਾਦ ਕਰਾ ਰਿਹਾ ਕਿ ਉਹ ਦਿਨ ਆ ਗਿਆ। ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਸ ਦਾ ਨਾਂ ਇਮੈਨੂਅਲ ਰੱਖਿਆ ਜਾਵੇਗਾ, ਜਿਸ ਦਾ ਅਰਥ ਹੈ ਪਰਮੇਸ਼ਵਰ ਸਾਡੇ ਨਾਲ। ਪਰਮੇਸ਼ਵਰ ਸਾਡੇ ਨਾਲ। ਜਿਸ ਤਰ੍ਹਾਂ ਇਨਸਾਨ ਦੀ ਔਲਾਦ ਇਨਸਾਨ ਹੁੰਦੀ ਹੈ, ਪਰਮੇਸ਼ਵਰ ਦੀ ਔਲਾਦ ਪਰਮੇਸ਼ਵਰ ਹੁੰਦੀ ਹੈ। ਪਰਮੇਸ਼ਵਰ ਸਾਡੇ ਨਾਲ। ਪਵਿੱਤਰ ਆਤਮਾ ਦਾ ਜਾਇਆ, ਮਰੀਅਮ ਦਾ ਬੇਟਾ ਯਸੂ ਤੁਹਾਡੇ ਵਿੱਚ ਆ। ਔਰ ਵਚਨ ਦੇ ਅਨੁਸਾਰ ਉਹ ਕਹਿ ਰਿਹਾ ਕਿ ਇੱਕ ਕੁਆਰੀ ਗਰਭਵਤੀ ਹੋਵੇਗੀ, ਇੱਕ ਪੁੱਤਰ ਨੂੰ ਜਨਮ ਦੇਵੇਗੀ, ਜਿਸ ਦਾ ਨਾਂ ਤੂੰ ਯਸੂ ਰੱਖੀ। ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਔਰ ਆਪਣੇ ਲੋਕ ਜਿਨ੍ਹਾਂ ਨੇ ਉਸ ਨੂੰ ਪਹਿਚਾਣਿਆ, ਉਹ ਸੱਚਮੁੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਯਸੂ ਆਇਆ। ਔਰ ਉਹ ਇਸ ਗੀਤ ਦੇ ਨਾਲ ਅੱਜ ਵੀ ਉਸ ਦੇ ਨਾਮ ਨੂੰ ਉੱਚਾ ਕਰਦੇ ਆ ਕਿ ਆਇਆ ਹੈ, ਯਸੂ ਆਇਆ ਹੈ, ਮੁਕਤ ਲੈ ਸਾਥ ਆਇਆ ਹੈ। ਤੁਹਾਡੇ ਵਿੱਚ ਕਈਆਂ ਨੂੰ ਇਹ ਗੀਤ ਆਉਂਦਾ ਆ, ਸੋ ਸਾਡੇ ਨਾਲ ਮਿਲ ਕੇ ਇਸ ਗੀਤ ਨੂੰ ਗਾਓ। ਆਓ ਆਓ, ਪਲੀਜ਼ ਸਟੈਂਡ। ਆਓ, ਤਾੜੀ ਵਜਾ ਕੇ ਗਾਓ। ਇਹ ਗੀਤ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਆਉਂਦਾ। मुकत ले साथ आया है।
उसी तारे से देखो तारे से पता यीशु का पाया है यीशु आया है मुकत ले साथ आया है। यरूशलम जा पूछने लागे किस घर जी राजा किस घर जी मुक्ति का राजा आया है यीशु आया है मुक्त ले साथ आया है। जंगल में मंगल दूत मिल गाते जय जय हो प्रभु जय जय हो शांति मेल आया है यीशु आया है मुकत ले साथ आया है। देखन गडरिए चले रात में दूतों से सुन के दूतों से मसीह मरियम का जाया है यीशु आया है मुकत ले साथ आया है यीशु आया है मुकत ले साथ आया है मुकत ले साथ आया है। Please be seated. ਅਸੀਂ ਦੇਖਿਆ ਜੋ ਗੀਤ ਅਸੀਂ ਗਾਇਆ ਇਹ ਫਰਿਸ਼ਤਿਆਂ ਦਾ ਗੀਤ ਕਿ ਉਹ ਆਇਆ ਮੁਕਤੀ ਲੈ ਕੇ ਆਇਆ ਸੈਲਵੇਸ਼ਨ ਪਾਪਾਂ ਤੋਂ ਆਜ਼ਾਦੀ। ਇਨਸਾਨ ਧਰਮ ਦੀਆਂ ਗੱਲਾਂ ਕਰਕੇ ਨਹੀਂ ਬਦਲ ਸਕਦਾ। ਮੈਂ ਚੰਗੀਆਂ ਗੱਲਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰ ਸਕਦਾ ਲੇਕਿਨ ਮੇਰੇ ਅੰਤਕਰਨ ਦੇ ਵਿੱਚ ਕੋਈ ਫਰਕ ਨਹੀਂ ਆਏਗਾ। ਮੇਰਾ ਅੰਦਰ ਦਾ ਇਨਸਾਨ ਉਸ ਦੇ ਨਾਲ ਨਹੀਂ ਬਦਲੇਗਾ ਜਿੰਨੀ ਦੇਰ ਤੱਕ ਕੋਈ ਅੰਦਰੋਂ ਆ ਕੇ ਉਸ ਨੂੰ ਬਦਲੇ ਨਾ। ਔਰ ਉਸਨੇ ਕਿਹਾ ਉਹ ਮੁਕਤੀ ਦਾਤਾ ਜਿਹੜਾ ਤੇਰੇ ਅੰਦਰ ਨੂੰ ਛੁਟਕਾਰਾ ਦੇਏਗਾ ਜਿਹੜਾ ਤੈਨੂੰ ਅੰਦਰੋਂ ਬਦਲੇਗਾ ਉਹ ਆਇਆ ਉਹ ਮੁਕਤੀ ਦੇਏਗਾ ਅੰਦਰੋਂ ਉਸ ਪਾਪ ਤੋਂ ਜਿਹੜਾ ਤੇਰੇ ਅੰਦਰ ਵਾਸ ਕਰਦਾ। ਲੇਕਿਨ ਸਿਰਫ ਸਵਰਗ ਨੇ ਇਹ ਨਹੀਂ ਮਨਾਇਆ। ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਕਿ ਜਿੰਨੇ ਵੀ ਧਰਮ ਗ੍ਰੰਥ ਪਰਮੇਸ਼ਰ ਨੇ ਦਿੱਤੇ ਆ ਉਹਨਾਂ ਦੇ ਵਿੱਚ ਉਸਨੇ ਆਪਣਾ ਇਸ਼ਾਰਾ ਦਿੱਤਾ। ਜਿੰਨੀ ਵੀ ਬੁੱਧ ਉਸਨੇ ਦੁਨੀਆ ਨੂੰ ਬਖਸ਼ੀ ਆ ਉਸ ਦੇ ਵਿੱਚ ਉਸਨੇ ਆਪਣਾ ਇਸ਼ਾਰਾ ਦਿੱਤਾ। ਜਿੰਨਾ ਵੀ ਗਿਆਨ ਇਸ ਧਰਤੀ ਦੇ ਉੱਤੇ ਰੱਖਿਆ ਗਿਆ ਉਸ ਦੇ ਵਿੱਚ ਉਸਨੇ ਆਪਣਾ ਇਸ਼ਾਰਾ ਦਿੱਤਾ। ਸੰਪੂਰਨਤਾ ਤਾਂ ਨਹੀਂ ਦਿੱਤੀ ਪਰ ਇਸ਼ਾਰਾ ਦਿੱਤਾ ਕਿਉਂਕਿ ਸੰਪੂਰਨਤਾ ਉਹ ਆਪ ਆ। ਸੰਪੂਰਨਤਾ ਨਹੀਂ ਪਰ ਇਸ਼ਾਰਾ ਹੈ। ਔਰ ਇਹੋ ਹੀ ਇਸ਼ਾਰਾ ਪਾ ਕੇ ਪੂਰਬ ਦੇਸ਼ ਦੇ ਲੋਕ ਪ੍ਰਭੂ ਯਿਸੂ ਨੂੰ ਦੇਖਣ ਆਏ। ਉਹ ਜਿਹੜੇ ਤਾਰਿਆਂ ਦਾ ਗਿਆਨ ਰੱਖਦੇ ਸੀ ਉਹ ਜਿਹੜੇ ਤਾਰਿਆਂ ਦਾ ਹਿਸਾਬ ਰੱਖਦੇ ਸੀ। ਔਰ ਪ੍ਰਭੂ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ when we read Matthew chapter 2 verse 1 to all the way to verse 11 and we will see how the wisdom of this earth came to see and they celebrated Jesus Christ and his birth. ਆਓ ਪ੍ਰਭੂ ਦੇ ਵਚਨ ਦੇ ਵਿੱਚੋਂ ਇਸ ਹਿੱਸੇ ਨੂੰ ਪੜ੍ਹੀਏ। ਯਿਸੂ ਦਾ ਜਨਮ ਯਹੂਦਾ ਦੇਸ਼ ਦੇ ਇੱਕ ਨਗਰ ਬੈਤਲਹਮ ਦੇ ਵਿੱਚ ਹੋਇਆ। ਉਸ ਸਮੇਂ ਯਹੂਦਾ ਦੇਸ਼ ਤੇ ਹੈਰੋਦੇਸ ਰਾਜ ਕਰਦਾ ਸੀ।
ਯਸੂ ਦੇ ਜਨਮ ਦੇ ਕੁਝ ਚਿਰ ਪਿੱਛੋਂ ਪੂਰਬ ਦੇ ਤਾਰਿਆਂ ਦਾ ਗਿਆਨ ਰੱਖਣ ਵਾਲੇ ਕੁਝ ਪੰਡਤ ਯਰੂਸ਼ਲਮ ਦੇ ਵਿੱਚ ਆਏ, ਜੋ ਇਸ ਤਰ੍ਹਾਂ ਪੁੱਛਣ ਲੱਗੇ, ਯਹੂਦੀਆਂ ਦੇ ਨਵ ਜਨਮੇ ਰਾਜਾ ਕਿੱਥੇ ਹਨ? ਅਸੀਂ ਉਹਨਾਂ ਦਾ ਤਾਰਾ ਪੂਰਬ ਦੇ ਵਿੱਚ ਚੜ੍ਹਿਆ ਦੇਖਿਆ, ਅਸੀਂ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਆਏ ਹਾਂ। ਜਦੋਂ ਹੈਰੋਦੇਸ ਰਾਜਾ ਨੇ ਇਹ ਸੁਣਿਆ ਤਾਂ ਉਹ ਅਤੇ ਉਸ ਦੇ ਨਾਲ ਸਾਰੇ ਯਰੂਸ਼ਲਮ ਸ਼ਹਿਰ ਦੇ ਲੋਕ ਬਹੁਤ ਘਬਰਾ ਗਏ। ਇਸ ਤੇ ਹੈਰੋਦੇਸ ਨੇ ਯਹੂਦੀਆਂ ਦੇ ਸਭ ਮਹਾਂਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਨੂੰ ਸੱਦ ਕੇ ਉਹਨਾਂ ਤੋਂ ਪੁੱਛਿਆ, ਮਸੀਹ ਦਾ ਜਨਮ ਕਿੱਥੇ ਹੋਵੇਗਾ? ਉਹਨਾਂ ਨੇ ਉੱਤਰ ਦਿੱਤਾ, ਯਹੂਦਾ ਦੇਸ਼ ਦੇ ਨਗਰ ਬੈਤਲਹਮ ਵਿੱਚ। ਇਸ ਦੇ ਬਾਰੇ ਨਬੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਯਾਨੀ ਕਿ ਮਸੀਹ ਦੇ ਜਨਮ ਤੋਂ 500 ਸਾਲ ਪਹਿਲਾਂ ਇੱਕ ਨਬੀ ਹੋਇਆ ਜਿਸ ਦੀ ਪੁਸਤਕ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਬਾਰੇ ਇਸ ਤਰ੍ਹਾਂ ਲਿਖਿਆ ਸੀ, ਹੇ ਯਹੂਦਾ ਦੇਸ਼ ਦੇ ਨਗਰ ਬੈਤਲਹਮ, ਤੂੰ ਯਹੂਦਾ ਦੇ ਸ਼ਾਸਕਾਂ ਦੇ ਵਿੱਚੋਂ ਕਿਸੇ ਦੇ ਨਾਲੋਂ ਘੱਟ ਨਹੀਂ ਹੈ, ਕਿਉਂਕਿ ਤੇਰੇ ਵਿੱਚ ਇੱਕ ਸਰਦਾਰ ਪੈਦਾ ਹੋਵੇਗਾ ਜੋ ਮੇਰੇ ਲੋਕਾਂ ਇਜ਼ਰਾਈਲ ਦੀ ਅਗਵਾਈ ਕਰੇਗਾ। ਇਸ ਲਈ ਹੈਰੋਦੇਸ ਨੇ ਪੰਡਤਾਂ ਨੂੰ ਗੁਪਤ ਤੌਰ ਤੇ ਸੱਦ ਕੇ ਪੁੱਛਿਆ ਕਿ ਤਾਰਾ ਠੀਕ ਕਿਸ ਸਮੇਂ ਦਿਖਾਈ ਦਿੱਤਾ। ਫਿਰ ਉਹਨਾਂ ਨੂੰ ਇਹ ਕਹਿ ਕੇ ਵਿਦਾ ਕੀਤਾ ਕਿ ਜਾਓ, ਬੱਚੇ ਦੇ ਬਾਰੇ ਠੀਕ ਠਾਕ ਪਤਾ ਕਰੋ ਅਤੇ ਜਦੋਂ ਉਹ ਮਿਲ ਜਾਵੇ ਤਾਂ ਮੈਨੂੰ ਵੀ ਆ ਕੇ ਖਬਰ ਦੇਣਾ, ਤਾਂ ਜੋ ਮੈਂ ਵੀ ਜਾ ਕੇ ਉਸ ਦੇ ਦਰਸ਼ਨ ਕਰਾਂ। ਰਾਜਾ ਦੀ ਗੱਲ ਸੁਣ ਕੇ ਉਹ ਚਲੇ ਗਏ। ਰਾਹ ਵਿੱਚ ਫਿਰ ਉਹਨਾਂ ਨੂੰ ਉਹੀ ਤਾਰਾ ਦੇਖਿਆ ਜਿਹੜਾ ਉਹਨਾਂ ਪੂਰਬ ਦੇ ਵਿੱਚ ਦੇਖਿਆ ਸੀ। ਉਹ ਤਾਰਾ ਉਹਨਾਂ ਦੇ ਅੱਗੇ ਅੱਗੇ ਚੱਲਿਆ, ਜਿੱਥੇ ਬੱਚਾ ਸੀ ਉਸ ਥਾਂ ਦੇ ਉੱਤੇ ਜਾ ਕੇ ਠਹਿਰ ਗਿਆ। ਉਹ ਤਾਰੇ ਨੂੰ ਦੇਖ ਕੇ ਅਤਿਅੰਤ ਖੁਸ਼ ਹੋਏ। ਫਿਰ ਉਹ ਘਰ ਦੇ ਅੰਦਰ ਗਏ। ਬੱਚੇ ਨੂੰ ਮਾਤਾ ਮਰੀਅਮ ਦੇ ਨਾਲ ਦੇਖਿਆ। ਉਹਨਾਂ ਨੇ ਗੋਡਿਆਂ ਦੇ ਪਰਨੇ ਹੋ ਕੇ ਬੱਚੇ ਦੇ ਸਾਹਮਣੇ ਸਿਰ ਝੁਕਾਏ। ਉਹਨਾਂ ਨੇ ਆਪਣਾ ਥੈਲਾ ਖੋਲ ਕੇ ਉਸ ਦੇ ਸਾਹਮਣੇ ਸੋਨਾ, ਯਾਨੀ ਕਹਿਣ ਦਾ ਮਤਲਬ ਦੇ ਕਾਲਡ ਹਿਮ ਕਿੰਗ, ਰਾਜਾ ਹੋਣ ਦੇ ਨਾਤੇ। ਧੂਫ ਹਮੇਸ਼ਾ ਪਰਮੇਸ਼ਵਰ ਦੇ ਲਈ ਹੁੰਦੀ ਹੈ। ਧੂਫ ਉਸ ਦੇ ਸਾਹਮਣੇ ਚੜਾਈ ਔਰ ਗੰਧਰਸ, ਔਰ ਇਹ ਦੱਸਿਆ ਕਿ ਉਸ ਦੀ ਮੌਤ ਕਿੱਦਾਂ ਹੋਏਗੀ। ਇਹ ਵਚਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਅਸੀਂ ਦੇਖਦੇ ਕਿ ਧਰਤੀ ਦਾ ਗਿਆਨ ਪ੍ਰਭੂ ਯਿਸੂ ਨੂੰ ਪ੍ਰਣਾਮ ਕਰਨ ਆਇਆ। ਅਸੀਂ ਦੇਖਦੇ ਕਿ ਧਰਤੀ ਨੇ ਆਪਣਾ ਸਭ ਤੋਂ ਬੈਸਟ ਪ੍ਰਭੂ ਯਿਸੂ ਦੇ ਲਈ ਘੱਲਿਆ, ਸੋਨਾ, ਧੂਫ, ਗੰਧਰਸ। ਔਰ ਅਸੀਂ ਇਹ ਦੇਖਦੇ ਹਾਂ ਕਿ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਕਿ ਤਾਰਾ, ਇਹ ਕਿਸ ਤਰ੍ਹਾਂ ਦਾ ਤਾਰਾ ਸੀ ਜਿਹੜਾ ਇੱਕ ਜਗ੍ਹਾ ਜਾ ਕੇ ਠਹਿਰ ਗਿਆ, ਜਿਸ ਨੇ ਇਸ ਕਾਇਨਾਤ ਦੇ, ਕੁਦਰਤ ਦੇ ਸਾਰੇ ਲਾਅ ਬਦਲ ਦਿੱਤੇ। ਇਹ ਕਿਸ ਤਰ੍ਹਾਂ ਦਾ ਤਾਰਾ ਸੀ। ਈਵਨ ਜਿਹੜਾ ਸਾਡਾ ਬ੍ਰਹਿਮੰਡਲ ਆ, ਉਹਨਾਂ ਨੇ ਵੀ ਆਪਣਾ ਇੱਕ ਰਿਪਰੈਜ਼ੈਂਟੇਟਿਵ ਘੱਲਿਆ, ਉਹਨਾਂ ਨੇ ਵੀ ਇੱਕ ਆਪਣਾ ਮੋਹਰੀ ਬਣਾ ਕੇ ਘੱਲਿਆ ਕਿ ਯਿਸੂ ਨੂੰ ਪ੍ਰਣਾਮ ਕਰਨ ਆਏ। ਉਹ ਤਾਰਾ ਆਇਆ ਔਰ ਉਹਨਾਂ ਪੰਡਤਾਂ ਦੇ ਨਾਲ ਮਿਲ ਕੇ ਅਸੀਂ ਇਹ ਗੀਤ ਗਾਵਾਂਗੇ, ਮੁਕਤੀ ਦਿਲਾਏ ਯਿਸੂ ਨਾਮ, ਸ਼ਾਂਤੀ ਦਿਲਾਏ ਯਿਸੂ ਨਾਮ। ਆਓ ਪ੍ਰਭੂ ਦੀ ਬੜਾਈ ਦੇ ਵਿੱਚ ਇਸ ਗੀਤ ਨੂੰ ਗਾਈਏ, ਖੜੇ ਹੋਈ। मुक्ति दिलाए यीशु नाम, शांति दिलाए यीशु नाम, मुक्ति दिलाए यीशु नाम, शांति दिलाए यीशु नाम।
ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਦੇਖਿਆ ਕਿ ਸਵਰਗਦੂਤ ਪ੍ਰਭੂ ਯਿਸੂ ਮਸੀਹ ਦੇ ਉਸ ਜਨਮ ਦੇ ਦਿਨ ਦੇ ਉੱਤੇ ਆਏ। ਅਸੀਂ ਦੇਖਿਆ ਕਿ ਤਾਰਿਆਂ ਦੇ ਵਿੱਚੋਂ ਬ੍ਰਹਿਮੰਡਲ ਨੇ ਆਪਣਾ ਇੱਕ ਸੇਵਕ ਘੱਲਿਆ। ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਦੇਖਿਆ ਕਿ ਧਰਤੀ ਦਾ ਗਿਆਨ ਰੱਖਣ ਵਾਲੇ ਲੋਕ, ਬੁੱਧੀਮਾਨ ਲੋਕ ਆਏ, ਪਰ ਉਹ ਲੋਕ ਜੋ ਕਮਜ਼ੋਰ ਸੀ, ਜੋ ਗਰੀਬ ਸੀ, ਜੋ ਅਨਪੜ੍ਹ ਸੀ, ਉਹਨਾਂ ਦੇ ਬਾਰੇ ਕੀ ਕਿਹਾ ਜਾ ਸਕਦਾ। ਪ੍ਰਭੂ ਦੇ ਵਚਨ ਦੇ ਵਿੱਚੋਂ ਮੈਂ ਇੱਕ ਹਿੱਸਾ ਪੜ੍ਹੂੰਗਾ ਜਿੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਸੱਚਮੁੱਚ ਪ੍ਰਭੂ ਯਿਸੂ ਕਮਜ਼ੋਰਾਂ ਦੇ ਲਈ ਆਇਆ। ਸੱਚਮੁੱਚ ਉਹ ਕਮਜ਼ੋਰਾਂ ਨੂੰ ਆਪਣਾ ਨਾਮ ਦੇਣ ਦੇ ਲਈ ਆਇਆ। ਸੱਚਮੁੱਚ ਉਹ ਉਹਨਾਂ ਨੂੰ ਉੱਚੀਆਂ ਉਠਾਲਣ ਦੇ ਲਈ ਆਇਆ। ਜਿਸ ਵੇਲੇ ਅਸੀਂ ਪ੍ਰਭੂ ਦਾ ਵਚਨ ਪੜ੍ਹਦੇ ਹਾਂ, ਲੂਕਾ ਦਾ ਦੂਸਰਾ ਭਾਵ ਉਸ ਦੀ ਪਹਿਲੀ ਆਇਤ ਤੋਂ ਇਹ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ, ਉਹਨਾਂ ਦਿਨਾਂ ਦੇ ਵਿੱਚ ਰੋਮੀ ਕੈਸਰ ਅਗਸਤਸ ਨੇ ਇਹ ਆਗਿਆ ਦਿੱਤੀ ਕਿ ਉਹ ਉਸਦੇ ਸਾਰੇ ਸਾਮਰਾਜ ਦੇ ਨਾਗਰਿਕਾਂ ਦੀ ਜਨਗਣਨਾ ਕੀਤੀ ਜਾਵੇ। ਉਸ ਦੇ ਰਾਜਕਾਲ ਦੇ ਵਿੱਚ ਇਹ ਪਹਿਲੀ ਜਨਗਣਨਾ ਸੀ। ਉਸ ਸਮੇਂ ਕੁਰਨੀਲੀਅਸ ਸੂਰੀਆ ਦਾ ਰਾਜਪਾਲ ਸੀ। ਸਾਰੇ ਲੋਕੀ ਜਨਗਣਨਾ ਦੇ ਲਈ ਆਪਣੇ ਆਪਣੇ ਘਰਾਂ ਨੂੰ ਗਏ। ਯੂਸਫ ਦਾਊਦ ਦੇ ਕੁਲ ਦੇ ਵਿੱਚੋਂ ਸੀ, ਇਸ ਲਈ ਉਹ ਗਲੀਲ ਦੇ ਇਲਾਕੇ ਦੇ ਪਿੰਡ ਨਾਸਰਤ ਤੋਂ ਦਾਊਦ ਦੇ ਨਗਰ ਬੈਤਲਹਮ ਦੇ ਵਿੱਚ ਗਿਆ। ਯੂਸਫ ਆਪਣੇ ਨਾਲ ਆਪਣੀ ਮੰਗੇਤਰ ਮਰੀਅਮ ਨੂੰ ਵੀ ਜਨਗਣਨਾ ਦੇ ਲਈ ਲੈ ਗਿਆ। ਮਰੀਅਮ ਗਰਭਵਤੀ ਸੀ। ਜਦੋਂ ਉਹ ਬੈਤਲਹਮ ਵਿੱਚ ਹੀ ਸੀ ਤਾਂ ਮਰੀਅਮ ਦਾ ਜਨਨ ਦਾ ਸਮਾਂ ਪੂਰਾ ਹੋ ਗਿਆ। ਇਸ ਲਈ ਉਸਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ। ਉਸਨੇ ਬੱਚੇ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਖੁਰਲੀ ਦੇ ਵਿੱਚ ਰੱਖਿਆ, ਕਿਉਂਕਿ ਉਹਨਾਂ ਨੂੰ ਸਰਾਂ ਦੇ ਵਿੱਚ ਥਾਂ ਨਹੀਂ ਸੀ ਮਿਲੀ। ਬੈਤਲਹਮ ਨਗਰ ਦੇ ਬਾਹਰ ਮੈਦਾਨ ਦੇ ਵਿੱਚ ਕੁਝ ਚਰਵਾਹੇ ਰਾਤ ਦੇ ਵੇਲੇ ਆਪਣੀਆਂ ਭੇਡਾਂ ਦੀ ਰਖਵਾਲੀ ਕਰ ਰਹੇ ਸਨ। ਅਚਨਚੇਤ ਪ੍ਰਭੂ ਪਰਮੇਸ਼ਵਰ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਕੇ ਖਲੋ ਗਿਆ। ਇਸ ਦੇ ਨਾਲ ਹੀ ਪ੍ਰਭੂ ਦਾ ਤੇਜ ਉਹਨਾਂ ਦੇ ਚਾਰੇ ਪਾਸੇ ਚਮਕਿਆ। ਚਰਵਾਹੇ ਬਹੁਤ ਡਰ ਗਏ, ਪਰ ਦੂਤ ਨੇ ਉਹਨਾਂ ਨੂੰ ਕਿਹਾ, ਡਰੋ ਨਹੀਂ, ਮੈਂ ਤੁਹਾਡੇ ਲਈ ਸ਼ੁਭ ਸਮਾਚਾਰ ਲਿਆਇਆ ਹਾਂ, ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ। ਇਹ ਸਾਰਿਆਂ ਲੋਕਾਂ ਦੇ ਲਈ ਹੈ। ਅੱਜ ਦਾਊਦ ਦੇ ਨਗਰ ਬੈਤਲਹਮ ਦੇ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ। ਇਹ ਪ੍ਰਭੂ ਮਸੀਹ ਹੈ। ਉਸ ਦੀ ਪਛਾਣ ਤੁਹਾਡੇ ਲਈ ਇਹ ਹੈ ਕਿ ਤੁਸੀਂ ਇੱਕ ਨਵ ਜਨਮੇ ਬਾਲਕ ਨੂੰ ਕੱਪੜੇ ਵਿੱਚ ਵਲੇਟਿਆ ਹੋਇਆ ਖੁਰਲੀ ਦੇ ਵਿੱਚ ਪਿਆ ਵੇਖੋਗੇ। ਉਸ ਵੇਲੇ ਅਚਾਨਕ ਉਸ ਦੂਤ ਦੇ ਨਾਲ ਸਵਰਗ ਦੂਤਾਂ ਦਾ ਇੱਕ ਵੱਡਾ ਲਸ਼ਕਰ ਦਿਖਾਈ ਦੇ ਰਿਹਾ ਸੀ, ਜੋ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰ ਰਿਹਾ ਸੀ, ਪਰਮ ਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ ਅਤੇ ਧਰਤੀ ਤੇ ਮਨੁੱਖਾਂ ਵਿੱਚ ਸ਼ਾਂਤੀ, ਜਿਸ ਵਿੱਚ ਉਸ ਦੀ ਪ੍ਰਸੰਨਤਾ ਹੈ। ਜਦੋਂ ਸਵਰਗਦੂਤ ਉੱਥੋਂ ਸਵਰਗ ਨੂੰ ਵਾਪਸ ਚਲੇ ਗਏ ਤਾਂ ਚਰਵਾਹਿਆਂ ਨੇ ਆਪੋ ਵਿੱਚ ਕਿਹਾ, ਆਓ ਅਸੀਂ ਬੈਤਲਹਮ ਨੂੰ ਚਲੀਏ ਅਤੇ ਜੋ ਘਟਨਾ ਉੱਥੇ ਵਾਪਰੀ ਹੈ, ਜਿਸ ਬਾਰੇ ਪ੍ਰਭੂ ਨੇ ਸਾਨੂੰ ਦੱਸਿਆ ਹੈ, ਜਾ ਕੇ ਦੇਖੀਏ। ਉਹ ਤੁਰੰਤ ਬੈਤਲਹਮ ਵਿੱਚ ਗਏ। ਉੱਥੇ ਮਰੀਅਮ ਅਤੇ ਯੂਸਫ ਅਤੇ ਖੁਰਲੀ ਵਿੱਚ ਪਏ ਬਾਲਕ ਨੂੰ ਦੇਖਿਆ। ਫਿਰ ਉਹਨਾਂ ਨੇ ਸਵਰਗ ਦੂਤਾਂ ਦੀਆਂ ਬਾਲਕ ਦੇ ਬਾਰੇ ਕਈਆਂ ਗੱਲਾਂ ਲੋਕਾਂ ਨੂੰ ਦੱਸੀਆਂ। ਚਰਵਾਹਿਆਂ ਦੀਆਂ ਗੱਲਾਂ ਸੁਣ ਕੇ ਸਾਰੇ ਲੋਕੀ ਬਹੁਤ ਹੈਰਾਨ ਸਨ, ਪਰ ਉਹ ਚਰਵਾਹੇ ਇਹ ਕਹਿ ਸਕਦੇ ਸੀ ਕਿ ਸਾਡੀਆਂ ਮੌਜਾਂ ਲੱਗ ਗਈਆਂ, ਕਿਉਂਕਿ ਗਰੀਬ ਦੇ ਲਈ ਕੋਈ ਆਇਆ, ਟੁੱਟੇ ਹੋਏ ਦੇ ਲਈ ਕੋਈ ਆਇਆ, ਜਿਸ ਨੂੰ ਕੋਈ ਪੁੱਛਦਾ ਨਹੀਂ ਸੀ। ਉਹਨਾਂ ਦੇ ਲਈ ਸਵਰਗ ਦੂਤ ਆਏ ਕਿ ਉਹਨਾਂ ਨੂੰ ਦੱਸਣ ਕਿ ਜਾ ਕੇ ਉਸ ਦੇ ਦਰਸ਼ਨ ਕਰੋ ਜੋ ਤੁਹਾਡੇ ਲਈ ਆਇਆ, ਜੋ ਤੁਹਾਡਾ ਮੁਕਤੀਦਾਤਾ। ਸਾਡੇ ਭਰਾ ਔਰ ਭੈਣਾਂ ਮਿਲ ਕੇ ਇਹ ਗੀਤ ਗਾਣਗੇ ਕਿ ਮੌਜਾਂ ਲੱਗ ਗਈਆਂ, ਕਿਉਂਕਿ ਪੰਜਾਬੀ ਹੁੰਦਿਆਂ ਹੋਇਆਂ ਜੇ ਪੰਜਾਬੀ ਦਾ ਗੀਤ ਨਾ ਗਾਇਆ ਜਾਏ ਤਾਂ ਸੱਚਮੁੱਚ ਮੌਜਾਂ ਨਹੀਂ ਲੱਗਦੀਆਂ। ਸੋ ਆਓ
ਇਸ ਗੀਤ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਮਾਣ ਲਈਏ। Just want to welcome everybody that's here. ਖਾਸ ਕਰਕੇ ਉਹਨਾਂ ਲਈ ਜਿਹੜੇ ਪਹਿਲੀ ਵਾਰੀ ਆਏ ਆ। ਮੈਨੂੰ ਜਿੱਦਾਂ ਮੈਂ ਵੀ ਪਹਿਲੀ ਵਾਰੀ ਆਏ, ਥੋੜ੍ਹਾ ਡਰ ਲੱਗਦਾ ਸੀ ਕੀ ਹੋਣਾ ਕੀ ਨਹੀਂ। ਮੇਰੇ ਭੈਣ ਭਰਾ ਵੀ ਇਹਦੇ ਪੁੱਛਦੇ ਵੀ ਕੀ ਕਰਨਾ ਆ। ਮੈਂ ਕੁਛ ਨਹੀਂ ਕਰਨਾ, ਜਸਟ ਸਿਟ ਐਂਡ ਇੰਜੋਏ ਦ ਮੋਮੈਂਟਸ। ਜੋ ਅਸੀਂ ਇਹ ਗਾਣਾ ਚੂਜ਼ ਕੀਤਾ ਆ, ਮੈਂ ਸਵੇਰੇ ਸੋਚ ਰਿਹਾ ਸੀ ਕਿ ਕਿੰਨੇ ਬੱਚੇ ਅੱਜ ਸਵੇਰੇ ਉੱਠੇ ਹੋਣਗੇ ਜਿਹੜੇ ਗਿਫਟ ਦੇਖਦੇ ਹੋਣਗੇ ਵੀ ਕੀ ਲੈ ਕੇ ਆਂਦਾ ਸਾਡੇ ਮਾਪੇ ਨੇ। ਸੋ ਉਹਨੂੰ ਦੇਖਦੇ ਹੋਏ ਅਸੀਂ ਵੀ ਇਹ ਗਾਣਾ ਚੂਜ਼ ਕੀਤਾ ਕਿ ਸਾਡੇ ਲਈ ਪ੍ਰਭੂ ਯਿਸੂ ਆਪ ਇਸ ਦੁਨੀਆ 'ਤੇ ਆਏ। ਅਸੀਂ ਤਾਂ ਪਾਪੀ ਇਨਸਾਨ ਸੀ, ਪਰ ਇਹ ਜੋ ਪ੍ਰਭੂ ਯਿਸੂ ਨੇ ਸਾਨੂੰ ਗਿਫਟ ਦਿੱਤਾ, ਇਹ ਕੈਨੋਟ ਬੀ ਰੈਪਡ, ਇਹ ਸਾਰਿਆਂ ਲਈ ਖੁੱਲ੍ਹਾ ਆ। ਸੋ ਮੈਂ ਉਸ ਦਾ ਪ੍ਰਭੂ ਦਾ ਬਹੁਤ ਸ਼ੁਕਰੀਆ ਕਰਦਾ ਹਾਂ। ਅਤੇ ਸਾਡੇ ਨਾਲ ਪਲੀਜ਼ ਰਲ ਕੇ everybody, we need everybody's support. We will not start till you stand up and clap and sing like you mean it. So can we get everybody to stand up, please? ਪਾਕਰੂ ਯਹੋਵਾ ਦਾ, ਪਾਕਰੂ ਮਸੀਹਾ ਦਾ, ਪਾਕਰੂ ਯਹੋਵਾ ਦਾ, ਪਾਕਰੂ ਮਸੀਹਾ ਦਾ, ਵਸਦਾ ਏ ਸਾਡੇ ਅੰਦਰ, ਕਿ ਮੌਜਾਂ ਲੱਗ ਗਈਆਂ ਨੇ, ਕਿ ਮੌਜਾਂ ਲੱਗ ਗਈਆਂ ਨੇ। ਪਾਕਰੂ ਮਸੀਹਾ ਦਾ, ਪਾਕਰੂ ਮਸੀਹਾ ਦਾ, ਪਾਕਰੂ ਯਹੋਵਾ ਦਾ, ਪਾਕਰੂ ਮਸੀਹਾ ਦਾ, ਵਸਦਾ ਏ ਸਾਡੇ ਅੰਦਰ, ਕਿ ਮੌਜਾਂ ਲੱਗ ਗਈਆਂ ਨੇ, ਕਿ ਮੌਜਾਂ ਲੱਗ ਗਈਆਂ ਨੇ, ਕਿ ਮੌਜਾਂ ਲੱਗ ਗਈਆਂ ਨੇ, ਕਿ ਮੌਜਾਂ ਲੱਗ ਗਈਆਂ। Please join us, please. ਬਾਪ ਬੇਟਾ ਪਾਕਰੂ ਰਹਿੰਦੇ ਨੇ ਅੰਦਰ, ਬਾਪ ਬੇਟਾ ਪਾਕਰੂ ਰਹਿੰਦੇ ਨੇ ਅੰਦਰ, ਬਾਪ ਬੇਟਾ ਪਾਕਰੂ ਰਹਿੰਦੇ ਨੇ ਅੰਦਰ, ਕੁਝੇ ਦੇ ਵਿੱਚ ਯਾਰੋ ਅੰਦਰ ਸਮੁੰਦਰ, ਬੰਦ ਸਮੁੰਦਰ, ਕੁਝੇ ਦੇ ਵਿੱਚ ਯਾਰੋ ਬੰਦ ਸਮੁੰਦਰ, ਕਿ ਪੀਂਘਾਂ ਚੜ੍ਹ ਗਈਆਂ ਨੇ, ਕਿ ਪੀਂਘਾਂ ਚੜ੍ਹ ਗਈਆਂ ਨੇ, ਕਿ ਪੀਂਘਾਂ ਚੜ੍ਹ ਗਈਆਂ ਨੇ, ਕਿ ਪੀਂਘਾਂ ਚੜ੍ਹ ਗਈਆਂ ਨੇ। ਨੀ ਬਈ ਅੱਖਾਂ ਵਾਲੀ ਆਓ ਹਟਾਈਏ, ਚਿੱਲੀ ਪਈ ਅੱਖਾਂ ਵਾਲੀ ਆਓ ਹਟਾਈਏ, ਚਿੱਲੀ ਬਈ ਅੱਖਾਂ ਵਾਲੀ ਆਓ ਹਟਾਈਏ, ਰੂਹੇ ਖੁਦਾ ਨੂੰ ਦੋਸਤ ਬਣਾਈਏ, ਦੋਸਤ ਬਣਾਈਏ, ਰੂਹੇ ਖੁਦਾ ਨੂੰ ਦੋਸਤ ਬਣਾਈਏ। ਸਜ਼ਾਵਾਂ ਮੁੱਕ ਗਈਆਂ ਨੇ, ਸਜ਼ਾਵਾਂ ਮੁੱਕ ਗਈਆਂ ਨੇ, ਸਜ਼ਾਵਾਂ ਮੁੱਕ ਗਈਆਂ ਨੇ, ਸਜ਼ਾਵਾਂ ਮੁੱਕ ਗਈਆਂ ਨੇ। ਆਪਣੀ ਤਾਂ ਯਿਸੂ ਜੀ ਨੇ ਕੱਲਿਆ ਸੀ ਰੂਹ ਨੂੰ, ਆਪਣੀ ਤਾਂ ਯਿਸੂ ਜੀ ਨੇ ਕੱਲਿਆ ਸੀ ਰੂਹ ਨੂੰ, ਆਪਣੀ ਤਾਂ ਯਿਸੂ ਜੀ ਨੇ ਕੱਲਿਆ ਸੀ ਰੂਹ ਨੂੰ, ਰੂਹ ਦੀ ਮਧੁਰੀ ਨਾਲ ਤੱਕੀਏ ਯਿਸੂ ਨੂੰ, ਤੱਕੀਏ ਯਿਸੂ ਨੂੰ, ਰੂਹ ਦੀ ਮਧੁਰੀ ਨਾਲ ਤੱਕੀਏ ਯਿਸੂ ਨੂੰ। ਬੇਸ਼ਾਨਾਂ ਵੱਧ ਗਈਆਂ ਨੇ, ਬੇਸ਼ਾਨਾਂ ਵੱਧ ਗਈਆਂ ਨੇ, ਬੇਸ਼ਾਨਾਂ ਵੱਧ
ਵਸਦਾ ਏ ਸਾਡੇ ਅੰਦਰ ਤੇ ਮੌਜਾਂ ਲੱਗ ਗਈਆਂ ਨੇ ਤੇ ਪੀਂਘਾਂ ਚੜ੍ਹ ਗਈਆਂ ਨੇ ਸਜਾਵਾਂ ਮੁੱਕ ਗਈਆਂ ਨੇ ਤੇ ਸ਼ਾਨਾਂ ਵੱਧ ਗਈਆਂ ਨੇ ਕਿ ਮੌਜਾਂ ਲੱਗ 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 ਗਈਆਂ ਨੇ। ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਦੇਖਿਆ ਕਿ ਸਵਰਗਦੂਤ ਇਸ ਦਿਨ ਨੂੰ ਮਨਾ ਰਹੇ ਆ। ਅਸੀਂ ਦੇਖਿਆ ਬ੍ਰਹਿਮੰਡ ਇਸ ਦਿਨ ਨੂੰ ਮਨਾ ਰਿਹਾ, ਧਰਤੀ ਇਸ ਦਿਨ ਨੂੰ ਮਨਾ ਰਹੀ ਆ, ਗਿਆਨੀ ਇਸ ਦਿਨ ਨੂੰ ਮਨਾ ਰਹੇ ਆ, ਅਗਿਆਨੀ ਇਸ ਦਿਨ ਦੀ ਸੈਲੀਬ੍ਰੇਸ਼ਨ ਕਰ ਰਹੇ ਆ। ਲੇਕਿਨ ਆਓ ਵਚਨ ਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਦੇਖੀਏ ਜਿਨ੍ਹਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਇੰਤਜ਼ਾਰ ਕਰਿਓ, ਤੁਸੀਂ ਆਪਣੇ ਜਿਉਂਦੇ ਜੀ ਮਸੀਹ ਨੂੰ ਦੇਖੋਗੇ। ਤੁਹਾਡੀ ਜਾਨ ਇਸ ਧਰਤੀ ਤੋਂ ਉਨੀ ਦੇਰ ਤੱਕ ਜਾਏਗੀ ਨਹੀਂ ਜਿੰਨੀ ਦੇਰ ਤੱਕ ਤੁਸੀਂ ਉਸ ਦੇ ਦਰਸ਼ਨ ਨਾ ਕਰ ਲਵੋ। ਸੋ ਉਹਨਾਂ ਨੂੰ ਉਹ ਸਮਾਂ ਥਾਪਿਆ ਗਿਆ ਸੀ। ਉਸ ਸਮੇਂ ਦੇ ਵਿੱਚ they were born for such a time as that, ਉਹ ਉਸ ਸਮੇਂ ਦੇ ਲਈ ਹੀ ਪੈਦਾ ਹੋਏ ਸੀ ਔਰ ਉਸ ਇੰਤਜ਼ਾਰ ਦੇ ਲਈ ਹੀ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਬਿਤਾਈ ਸੀ। ਸੋ ਆਓ ਪ੍ਰਭੂ ਦੇ ਵਚਨ ਦੇ ਵਿੱਚੋਂ ਉਹਨਾਂ ਦੇ ਬਾਰੇ ਦੇਖੀਏ। ਔਰ ਪ੍ਰਭੂ ਦੇ ਵਚਨ 'ਚ ਇਸ ਤਰ੍ਹਾਂ ਲਿਖਿਆ ਲੂਕਾ ਦੀ ਪੁਸਤਕ ਦੇ ਵਿੱਚ 2 ਭਾਵ ਦੀ 22ਵੀਂ ਆਇਤ ਵਿੱਚ, ਜਦੋਂ ਮੂਸਾ ਦੀ ਵਿਵਸਥਾ ਦੇ ਅਨੁਸਾਰ ਯਹੂਦੀਆਂ ਦੇ ਸ਼ੁੱਧੀਕਰਨ ਦਾ ਦਿਨ ਆਇਆ ਤਾਂ ਉਹ ਯਿਸੂ ਨੂੰ ਯਰੂਸ਼ਲਮ ਦੇ ਵਿੱਚ ਲੈ ਕੇ ਗਏ ਕਿ ਉਹਨਾਂ ਨੂੰ ਪ੍ਰਭੂ ਦੇ ਸਾਹਮਣੇ ਅਰਪਿਤ ਕਰਨ। ਪ੍ਰਭੂ ਦੀ ਵਿਵਸਥਾ ਦੇ ਵਿੱਚ ਇਹ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਹਰ ਜੇਠਾ ਪ੍ਰਭੂ ਦੇ ਲਈ ਪਵਿੱਤਰ ਮੰਨਿਆ ਜਾਏ ਅਤੇ ਪ੍ਰਭੂ ਦੀ ਵਿਵਸਥਾ ਅਨੁਸਾਰ ਘੁੱਗੀਆਂ ਦਾ ਇੱਕ ਜੋੜਾ ਜਾਂ 2 ਕਬੂਤਰ ਪ੍ਰਭੂ ਦੇ ਅੱਗੇ ਚੜਾਏ ਜਾਣ। ਯਰੂਸ਼ਲਮ ਦੇ ਵਿੱਚ ਸ਼ਮਾਉਨ ਨਾਂ ਦਾ ਇੱਕ ਆਦਮੀ ਸੀ। ਉਹ ਧਰਮੀ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਸੀ। ਉਹ ਇਜ਼ਰਾਈਲ ਕੌਮ ਦੇ ਛੁਟਕਾਰੇ ਦੀ ਉਡੀਕ ਦੇ ਵਿੱਚ ਸੀ। ਉਹ ਪਵਿੱਤਰ ਆਤਮਾ ਦੇ ਨਾਲ ਭਰਪੂਰ ਸੀ। ਪਵਿੱਤਰ ਆਤਮਾ ਨੇ ਉਸ ਦੇ ਉੱਤੇ ਇਹ ਪ੍ਰਗਟ ਕੀਤਾ ਸੀ ਕਿ ਜਦੋਂ ਤੱਕ ਉਹ ਮਸੀਹ ਨੂੰ ਨਹੀਂ ਦੇਖ ਲਵੇਗਾ ਉਸ ਦੀ ਮੌਤ ਨਹੀਂ ਹੋਵੇਗੀ। ਪਵਿੱਤਰ ਆਤਮਾ ਦੀ ਪ੍ਰੇਰਣਾ ਦੇ ਨਾਲ ਸ਼ਮਾਉਨ ਮੰਦਰ ਦੇ ਵਿੱਚ ਆਇਆ। ਜਦੋਂ ਯਿਸੂ ਦੇ ਮਾਤਾ ਪਿਤਾ ਉਸ ਨੂੰ ਵਿਵਸਥਾ ਦੀ ਰੀਤ ਦੇ ਅਨੁਸਾਰ ਅਰਪਣ ਕਰਨ ਦੇ ਲਈ ਮੰਦਰ ਦੇ ਵਿੱਚ ਲੈ ਕੇ ਆਏ ਤਾਂ ਸ਼ਮਾਉਨ ਨੇ ਬਾਲਕ ਯਿਸੂ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਇਸ ਤਰ੍ਹਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਧੰਨਵਾਦ ਕੀਤਾ, ਹੇ ਸੁਆਮੀ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਦੇ ਨਾਲ ਵਿਦਾ ਕਰ ਰਿਹਾ ਹੈ, ਕਿਉਂਕਿ ਮੇਰੀਆਂ ਅੱਖੀਆਂ ਨੇ ਤੇਰੀ ਉਸ ਮੁਕਤੀ ਨੂੰ ਦੇਖ ਲਿਆ ਹੈ ਜੋ ਤੂੰ ਸਾਰਿਆਂ ਦੇਸ਼ਾਂ ਦੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਉਸ ਮੁਕਤੀ ਨੂੰ, ਸੈਲਵੇਸ਼ਨ ਨੂੰ, ਉਸ ਛੁਟਕਾਰੇ ਨੂੰ, ਜੋ ਆਤਮਾ ਦਾ ਛੁਟਕਾਰਾ, ਜੋ ਪ੍ਰਭੂ ਦੀ ਹਜ਼ੂਰੀ 'ਚ ਉਸ ਦੇ ਘਰ ਜਾਣ ਦਾ ਛੁਟਕਾਰਾ, ਜੋ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ, ਇਹ ਉਸ ਦੀ ਗੱਲ ਉਹ ਕਰ ਰਿਹਾ। ਹੇ ਸੁਆਮੀ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਵਚਨਾਂ ਦੇ ਅਨੁਸਾਰ ਸ਼ਾਂਤੀ ਦੇ ਨਾਲ ਵਿਦਾ ਕਰ ਰਿਹਾ ਹੈ, ਕਿਉਂਕਿ ਮੇਰੀਆਂ ਅੱਖੀਆਂ ਨੇ ਤੇਰੀ ਉਸ ਮੁਕਤੀ ਨੂੰ ਦੇਖ ਲਿਆ ਹੈ ਜੋ ਤੂੰ ਸਾਰਿਆਂ ਦੇਸ਼ਾਂ ਦੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਇਹ ਤੇਰੇ ਆਪਣੇ ਲੋਕਾਂ ਇਜ਼ਰਾਈਲ ਦੇ ਲਈ ਮਾਣ ਦਾ ਕਾਰਨ, ਪਰ ਦੂਸਰੀਆਂ ਜਾਤੀਆਂ ਨੂੰ ਰਾਹ ਦਿਖਾਉਣ ਵਾਲਾ ਚਾਨਣ ਹੈ। ਚਾਨਣ ਸਾਡੇ ਵਿੱਚ ਆਇਆ, ਉਹ ਨਾਮ ਜਿਸ ਤੋਂ ਬਗੈਰ ਜੀ ਹਨੇਰਾ, ਉਹ ਨਾਮ ਜੋ ਸੱਚਮੁੱਚ ਇੱਕ ਚਾਨਣ ਆ, ਜੋ ਸਾਡਿਆਂ ਦਿਲਾਂ ਦੇ ਵਿੱਚ ਚਮਕਦਾ, ਜੋ ਸਾਨੂੰ ਮੁਕਤੀ ਦਿੰਦਾ, ਜੋ ਸਾਡੇ ਛੁਟਕਾਰੇ ਦਾ ਨਾਮ ਆ, ਯਿਸੂ ਨਾਮ, ਉਸ ਦੇ ਲਈ ਉਹ ਵਡਿਆਈ ਕਰ ਰਿਹਾ। ਇਹ ਜਾਤੀਆਂ ਨੂੰ ਰਾਹ ਦਿਖਾਉਣ ਵਾਲਾ
ਚਾਨਣ ਹੈ। ਨਾਮ ਬਿਨਾ ਜੀ ਹਨੇਰਾ, ਯਸੂ ਤੇਰੇ ਨਾਮ ਬਿਨਾ। ਆਓ ਇਸ ਗੀਤ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਗਾਈਏ। नाम बिना जी हनेरा, यसु तेरे नाम बिना। नाम बिना जी हनेरा, यसु तेरे नाम बिना। पापी दे कारण यसु दे तारी होया। पापी दे कारण यसु दे तारी होया। तन तन नाम यसु तेरा, तन तन नाम यसु तेरा। नाम बिना जी हनेरा, यसु तेरे नाम बिना। नाम बिना जी हनेरा, यसु तेरे नाम बिना। बैतलहम विच प्रगट होया। बैतलहम विच प्रगट होया। कुरली लाया सो डेरा, कुरली लाया सो डेरा। नाम बिना जी हनेरा, यसु तेरे नाम बिना। नाम बिना जी हनेरा, यसु तेरे नाम बिना। तन तन कर दे यसु तेरे अयाली। तन तन कर दे यसु तेरे अयाली। दर्शन पाके तेरा, दर्शन पाके तेरा। नाम बिना जी हनेरा, यसु तेरे नाम बिना। नाम बिना जी हनेरा, यसु तेरे नाम बिना। नाम बिना जी हनेरा, यसु तेरे नाम बिना। ਪਲੀਜ਼ ਬੀ ਸੀਟਡ। ਇੰਤਜ਼ਾਰ ਕਰਨ ਦੇ ਲਈ ਪ੍ਰਭੂ ਨੇ ਇਹ ਮਾਣ ਸਿਰਫ ਮਰਦ ਜਾਤ ਨੂੰ ਨਹੀਂ ਦਿੱਤਾ, ਬਲਕਿ ਔਰਤਾਂ ਨੂੰ ਵੀ ਦਿੱਤਾ। ਇੱਕ ਮਾਂ ਉੱਥੇ ਬੈਠੀ ਵੀ ਇੰਤਜ਼ਾਰ ਕਰ ਰਹੀ ਸੀ, ਜਿਸ ਦਾ ਨਾਂ ਹੰਨਾ ਸੀ। ਔਰ ਉਸ ਨੂੰ ਵੀ ਪ੍ਰਭੂ ਨੇ ਇਹ ਕਿਹਾ ਸੀ ਕਿ ਤੂੰ ਵੀ ਜਦ ਤੱਕ ਮਸੀਹੇ ਦਾ ਦਰਸ਼ਨ ਨਹੀਂ ਕਰ ਲਏਂਗੀ, ਤੂੰ ਵੀ ਓਨੀ ਦੇਰ ਤੱਕ ਇਸ ਧਰਤੀ ਤੋਂ ਨਹੀਂ ਜਾਏਂਗੀ। ਤੂੰ ਵੀ ਇਸ ਧਰਤੀ ਤੋਂ ਇਸ ਧਰਤੀ ਨੂੰ ਨਹੀਂ ਛੱਡੇਂਗੀ। ਔਰ ਜਿਸ ਲਈ ਅਸੀਂ ਵਚਨ ਦੇ ਵਿੱਚ ਪੜ੍ਹਦੇ ਹਾਂ ਤੇ ਉੱਥੇ ਲਿਖਿਆ ਕਿ ਉੱਥੇ ਹੰਨਾ ਨਾਂ ਦੀ ਇੱਕ ਨਬੀਆ ਰਹਿੰਦੀ ਸੀ। ਉਹ ਅਸ਼ੇਰ ਕੁਲ ਦੇ ਫਨੂਐਲ ਦੀ ਧੀ ਸੀ। ਉਹ ਬਹੁਤ ਬੁੱਢੀ ਸੀ। ਸ਼ਾਦੀ ਤੋਂ 7 ਸਾਲ ਮਗਰੋਂ ਹੀ ਉਸ ਦਾ ਘਰ ਵਾਲਾ ਮਰ ਗਿਆ ਸੀ। ਉਹ 84 ਸਾਲ ਤੋਂ ਵਿਧਵਾ ਸੀ। ਉਹ ਮੰਦਰ ਨੂੰ ਨਹੀਂ ਛੱਡਦੀ ਸੀ। ਉਹ ਵਰਤ ਰੱਖਦੀ,
ਪ੍ਰਾਰਥਨਾ ਕਰਦੀ ਅਤੇ ਰਾਤ ਦਿਨ ਪ੍ਰਭੂ ਦੀ ਭਗਤੀ ਦੇ ਵਿੱਚ ਲੱਗੀ ਰਹਿੰਦੀ ਸੀ। ਉਸ ਵੇਲੇ ਹੰਨਾ ਵੀ ਉੱਥੇ ਆਈ ਔਰ ਉਸਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ। ਫਿਰ ਉਸਨੇ ਯਿਸੂ ਦੇ ਬਾਰੇ ਉਹਨਾਂ ਸਾਰੇ ਲੋਕਾਂ ਨੂੰ ਦੱਸਿਆ ਜੋ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਦੇ ਵਿੱਚ ਸੀ, ਜੋ ਛੁਟਕਾਰੇ ਦੀ, ਜੋ ਪਾਪਾਂ ਤੋਂ ਛੁਟਕਾਰੇ ਦੀ ਉਡੀਕ ਦੇ ਵਿੱਚ ਉੱਥੇ ਲੋਕ ਬੈਠੇ ਸੀ। ਉਹਨਾਂ ਨੂੰ ਦੱਸਿਆ ਜੋ ਮੰਦਿਰ ਦੇ ਵਿੱਚ ਬੈਠ ਕੇ ਦਿਨ ਰਾਤ ਭਗਤੀ ਕਰਦੇ ਰਹਿੰਦੇ ਸੀ ਔਰ ਪਾਪਾਂ ਤੋਂ ਛੁਟਕਾਰੇ ਦੇ ਲਈ ਮਾਫੀ ਮੰਗਦੇ ਸੀ। ਉਹਨਾਂ ਸਾਰਿਆਂ ਨੂੰ ਉਸਨੇ ਦੱਸਿਆ ਕਿ ਇਹ ਛੁਟਕਾਰਾ ਦੇਣ ਵਾਲਾ ਆ ਗਿਆ। ਤੁਸੀਂ ਦੇਖੋ ਇਹ ਔਰਤ 16 ਸਾਲ ਦੀ ਹੋਏਗੀ, ਕਿਉਂਕਿ ਇਜ਼ਰਾਈਲ ਦੇ ਘਰਾਣੇ ਦੇ ਵਿੱਚ 16 ਸਾਲ ਤੋਂ ਛੋਟੀ ਬੱਚੀ ਦਾ ਵਿਆਹ ਨਹੀਂ ਕੀਤਾ ਜਾਂਦਾ, ਘੱਟ ਤੋਂ ਘੱਟ 16 ਸਾਲ। 16 ਸਾਲ ਦੀ ਉਮਰ ਦਾ ਵਿਆਹ ਹੋਇਆ ਹੋਏਗਾ, 7 ਸਾਲ ਵਿਆਹੀ ਰਹੀ, 16 ਤੇ 7 23, 84 ਸਾਲ ਤੋਂ ਵਿਧਵਾ, 107 ਸਾਲ ਦੀ ਉਮਰ ਦੀ ਇਹ ਬਜ਼ੁਰਗ ਹੈ। ਸ਼ੀ ਇਜ਼ 107 years old, 107 ਸਾਲ ਦੀ ਉਮਰ, ਔਰ ਉਹ ਪਰਮੇਸ਼ਵਰ ਦੀ ਵਡਿਆਈ ਕਰ ਰਹੀ ਆ। ਆਓ ਉਸਨੇ ਇਹ ਕਿਹਾ ਕਿ ਇਜ਼ਰਾਈਲ ਦਾ ਬਖਸ਼ਣਹਾਰਾ ਆ ਗਿਆ, ਉਹਦਾ ਬਚਾਉਣ ਵਾਲਾ ਆ ਗਿਆ। ਸੋ ਆਓ ਇਸ ਗੀਤ ਦੇ ਨਾਲ ਪ੍ਰਭੂ ਦੇ ਨਾਮ ਨੂੰ ਧੰਨ ਕਹੀਏ ਕਿ ਬਖਸ਼ਣਹਾਰਿਆ, ਤੂੰ ਸੱਚਮੁੱਚ ਸਾਡੇ ਲਈ ਆਇਆ ਔਰ ਸੱਚਮੁੱਚ ਤੂੰ ਸਾਡੇ ਯਿਸੂ ਤੂੰ ਹੈ ਬਖਸ਼ਣਹਾਰ, ਮੇਰੇ ਬਖਸ਼ ਗੁਨਾਹਾਂ ਨੂੰ। ਤੂੰ ਹੈ ਬਖਸ਼ਣਹਾਰ, ਮੇਰੇ ਬਖਸ਼ ਗੁਨਾਹਾਂ ਨੂੰ। ਯਿਸੂ ਤੂੰ ਹੈ ਬਖਸ਼ਣਹਾਰ, ਮੇਰੇ ਬਖਸ਼ ਗੁਨਾਹਾਂ ਨੂੰ। ਤੂੰ ਹੈ ਬਖਸ਼ਣਹਾਰ, ਮੇਰੇ ਬਖਸ਼ ਗੁਨਾਹਾਂ ਨੂੰ। ਪਾਪਾਂ ਦੀ ਦੁਨੀਆ ਦੇ ਵਿੱਚ ਮੈਂ ਫਿਰਦਾ ਪਾਪ ਕਮਾਉਂਦਾ, ਥਾਣੇ ਕੋਟ ਕਚਹਿਰੀਆਂ ਵਿੱਚ ਮੈਂ ਫਿਰਦਾ ਵਕਤ ਗਵਾਉਂਦਾ। ਪਾਪਾਂ ਦੀ ਦੁਨੀਆ ਦੇ ਵਿੱਚ ਮੈਂ ਫਿਰਦਾ ਪਾਪ ਕਮਾਉਂਦਾ, ਥਾਣੇ ਕੋਟ ਕਚਹਿਰੀਆਂ ਵਿੱਚ ਮੈਂ ਫਿਰਦਾ ਵਕਤ ਗਵਾਉਂਦਾ। ਕੀਮਤੀ ਵਕਤ ਗਵਾ ਕੇ ਯਿਸੂ, ਕੀਮਤੀ ਵਕਤ ਗਵਾ ਕੇ ਯਿਸੂ ਆਇਆ ਤੇਰੇ ਦਰਬਾਰ। ਯਿਸੂ ਤੂੰ ਹੈ ਬਖਸ਼ਣਹਾਰ, ਮੇਰੇ ਬਖਸ਼ ਗੁਨਾਹਾਂ ਨੂੰ। ਤੂੰ ਹੈ ਬਖਸ਼ਣਹਾਰ, ਮੇਰੇ ਬਖਸ਼ ਗੁਨਾਹਾਂ ਨੂੰ।
ਸ਼ਬਦਾਂ ਵਿੱਚ ਹਨੇਰੇ ਸੀ ਮੈਂ ਡਿੱਗਾ ਲੱਖਾਂ ਵਾਰ। ਬਚਨ ਤੇਰੇ ਦਾ ਗਿਆਨ ਨਾ ਮੈਨੂੰ ਹੋਇਆ ਬਹੁਤ ਲਾਚਾਰ। ਸ਼ਬਦਾਂ ਵਿੱਚ ਹਨੇਰੇ ਸੀ ਮੈਂ ਡਿੱਗਾ ਲੱਖਾਂ ਵਾਰ। ਡਿੱਗਦੇ ਡਿੱਗਦੇ ਯਿਸੂ ਜੀ ਮੈਂ, ਡਿੱਗਦੇ ਡਿੱਗਦੇ ਯਿਸੂ ਜੀ ਮੈਂ ਆਇਆ ਤੇਰੇ ਦਰਬਾਰ। ਯਿਸੂ ਤੂੰ ਹੈ ਬਖਸ਼ਣਹਾਰ, ਮੇਰੇ ਬਖਸ਼ ਗੁਨਾਹਾਂ ਨੂੰ। ਤੂੰ ਹੈ ਬਖਸ਼ਣਹਾਰ, ਮੇਰੇ ਬਖਸ਼ ਗੁਨਾਹਾਂ ਨੂੰ। ਤੂੰ ਹੈ ਬਖਸ਼ਣਹਾਰ, ਮੇਰੇ ਬਖਸ਼ ਗੁਨਾਹਾਂ ਨੂੰ। ਆਓ ਪ੍ਰਭੂ ਦੇ ਵਚਨ ਦੇ ਵਿੱਚੋਂ ਇਸ ਦਿਨ ਦੀ ਪਵਿੱਤਰਤਾ ਦੇ ਬਾਰੇ ਦੇਖੀਏ ਔਰ ਦੇਖੀਏ ਕਿ ਕਿਉਂ ਸਾਨੂੰ ਪ੍ਰਭੂ ਯਿਸੂ ਦੀ ਜ਼ਰੂਰਤ ਆ। Why do I need Jesus Christ? ਯਿਸੂ ਦੀ ਲੋੜ ਮੈਨੂੰ ਕਿਉਂ ਆ? ਯਿਸੂ ਦੇ ਬਗੈਰ ਮੇਰੇ ਵਿੱਚ ਕਿਹੜੀ ਚੀਜ਼ ਦੀ ਅਧੂਰਤਾ ਆ? ਕਿਸ ਚੀਜ਼ ਦੀ ਕਮੀ ਆ? ਉਹ ਕਿਸ ਚੀਜ਼ ਨੂੰ ਆ ਕੇ ਪੂਰਾ ਕਰਦਾ ਹੈ? ਕਿਸ ਲੋੜ ਨੂੰ ਆ ਕੇ ਉਹ ਪੂਰਾ ਕਰਦਾ ਹੈ? ਜਿਸ ਵੇਲੇ ਸਾਡੇ ਭਰਾ ਨੇ ਅੱਜ ਸ਼ੁਰੂ ਦੇ ਵਿੱਚ ਵਚਨ ਪੜ੍ਹਿਆ ਸੀ ਤੇ ਉਸਨੇ ਯਹੂਨਾ ਦੀ ਪੁਸਤਕ ਤੋਂ ਗੋਸਪਲ ਆਫ ਜੌਨ ਚੈਪਟਰ 1 ਔਰ ਉਸ ਦੀਆਂ 1 ਤੋਂ ਲੈ ਕੇ 18 ਆਇਤਾਂ ਪੜ੍ਹੀਆਂ ਸੀ। ਵਰਸ 1 to 18, ਜਿਸ ਦੇ ਵਿੱਚ ਉਸਨੇ ਸਾਨੂੰ ਪ੍ਰਭੂ ਦੇ ਵਚਨ ਦੇ ਵਿੱਚੋਂ ਇਹ ਦੱਸਿਆ ਕਿ ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ। ਉਹ ਸ਼ਬਦ ਪਰਮੇਸ਼ਵਰ ਦੇ ਨਾਲ ਸੀ, ਜੋ ਪਰਮੇਸ਼ਵਰ ਸੀ ਉਹੀ ਸ਼ਬਦ ਸੀ ਅਤੇ ਉਹ ਸ਼ੁਰੂ ਤੋਂ ਹੀ ਪਰਮੇਸ਼ਵਰ ਦੇ ਨਾਲ ਸੀ। ਜਿਸ ਵੇਲੇ ਅਸੀਂ ਆਮ ਬੋਲੀ ਦੇ ਵਿੱਚ ਸ਼ਬਦ ਕਹਿੰਦੇ ਆ, ਅੱਖਰ ਕਹਿੰਦੇ ਆ, ਤੇ ਉਹ ਦੁਨਿਆਵੀ ਬੋਲੀ ਆ। ਪਰ ਜਿਸ ਵੇਲੇ ਵੀ ਅਸੀਂ ਕਿਸੇ ਪ੍ਰਭੂ ਦੇ ਵਚਨ ਦੀ ਗੱਲ ਕਰਦੇ ਤਾਂ ਅਸੀਂ ਉਸ ਨੂੰ ਬਾਣੀ ਕਹਿੰਦੇ ਹਾਂ। ਪ੍ਰਭੂ ਦੀ ਬਾਣੀ, ਉਸ ਦੇ ਸ਼ਬਦਾਂ ਦਾ ਇੱਕ ਪਵਿੱਤਰ ਨਾਮ ਅਸੀਂ ਰੱਖਿਆ ਹੈ, ਉਸ ਦੀ ਬਾਣੀ। ਔਰ ਅਸੀਂ ਵਚਨ ਦੇ ਇਸ ਹਿੱਸੇ ਦੇ ਵਿੱਚ ਦੇਖਦੇ ਹਾਂ ਕਿ ਇਹ ਬਾਣੀ, ਇਹ ਸਵਰ, ਇਹ ਸ਼ਬਦ ਆਦਿ ਦੇ ਵਿੱਚ ਉਦੋਂ ਸੀ ਜਦ ਧਰਤੀ ਤੇ ਕੁਝ ਵੀ ਨਹੀਂ ਸੀ, ਜਦ ਕਿ ਧਰਤੀ ਨਾਮ ਦੀ ਕੋਈ ਚੀਜ਼ ਵੀ ਨਹੀਂ ਸੀ। ਇਸ ਬ੍ਰਹਿਮੰਡਲ, ਇਹ ਤਾਰਿਆਂ ਨੂੰ ਜੋ ਅਸੀਂ ਦੇਖਦੇ ਹਾਂ, ਇਹ ਕੁਝ ਨਹੀਂ ਸੀ। ਇਹਨਾਂ ਦੀ ਸੋਚ ਵੀ ਨਹੀਂ ਸੀ। ਇਹਨਾਂ ਸਭ ਤੋਂ ਪਹਿਲਾਂ ਉਹ ਬਾਣੀ ਸੀ, ਉਹ ਸ਼ਬਦ ਸੀ। ਔਰ ਵਚਨ ਦੇ ਵਿੱਚ ਲਿਖਿਆ ਕਿ ਉਸਨੇ ਸ਼ਬਦ ਦੇ ਨਾਲ, ਆਪਣੀ ਬਾਣੀ ਦੇ ਨਾਲ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ। ਜਿਸ ਵੇਲੇ ਅੱਜ ਮੈਂ ਤੁਹਾਨੂੰ ਕਹੂੰਗਾ ਕਿ ਆਪਣੇ ਨਾਲ ਪਵਿੱਤਰ ਬਾਈਬਲ ਜ਼ਰੂਰ ਲੈ ਕੇ ਜਾਇਓ। ਜੇ ਤੁਹਾਡੇ ਕੋਲ ਘਰ ਹੈ ਨਹੀਂ ਗੀ ਤੇ ਪੰਜਾਬੀ ਦੀਆਂ ਬਾਈਬਲਾਂ ਪਿੱਛੇ ਪਈਆਂ, ਜ਼ਰੂਰ ਲੈ ਕੇ ਜਾਇਓ। ਜਿਸ ਵੇਲੇ ਤੁਸੀਂ ਪਹਿਲਾ ਹੀ ਚੈਪਟਰ ਖੋਲੋਗੇ ਤਾਂ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਆਦਿ ਦੇ ਵਿੱਚ ਪਰਮੇਸ਼ਵਰ ਸੀ ਔਰ ਹੋਰ ਕੋਈ ਚੀਜ਼ ਨਹੀਂ ਸੀ। ਔਰ ਫਿਰ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਪਰਮੇਸ਼ਵਰ ਨੇ ਆਪਣੇ ਸ਼ਬਦ ਦੇ ਨਾਲ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ। ਇਹ ਸਾਰਾ ਹਨੇਰਾ ਸੀ, ਜਿਸ ਨੂੰ ਸੰਸਕ੍ਰਿਤ ਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਕਿਹਾ ਗਿਆ ਕਿ ਸਾਰੀਆਂ ਚੀਜ਼ਾਂ ਸ਼ੂਨਿਆ ਸੀਗੀਆਂ, ਜ਼ੀਰੋ, ਵੈਕਿਊਮ, ਕੁਛ ਵੀ ਨਹੀਂ। ਔਰ ਪਰਮੇਸ਼ਵਰ ਨੇ ਆਪਣੇ ਸ਼ਬਦ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ, ਆਪਣੀ ਬਾਣੀ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ। ਇਹ ਜਿੰਨੀਆਂ ਚੀਜ਼ਾਂ ਅਸੀਂ ਦੇਖ ਸਕਦੇ ਹਾਂ ਔਰ ਬਹੁਤ ਸਾਰੀਆਂ ਚੀਜ਼ਾਂ ਜਿਹਨੂੰ ਅਸੀਂ ਆਪਣੀ ਨੰਗੀਆਂ ਅੱਖਾਂ ਦੇ ਨਾਲ ਵੀ ਨਹੀਂ ਦੇਖ ਸਕਦੇ, ਇਹਨਾਂ ਸਾਰੀਆਂ ਚੀਜ਼ਾਂ ਦੀ ਪ੍ਰਭੂ ਨੇ ਰਚਨਾ ਕੀਤੀ। ਬਾਹਰ ਜਦੋਂ ਤੁਸੀਂ ਜਾਂਦੇ ਆ, ਜੋ ਤੁਸੀਂ ਕੁਦਰਤ ਦੀ ਬਣੀ ਸੁੰਦਰਤਾ ਨੂੰ ਦੇਖਦੇ ਆ,
ਬੇਸ਼ੱਕ ਅਸੀਂ ਇਹ ਪਲਾਸਟਿਕ ਤੇ ਟਰੀ ਬਣਾ ਕੇ ਅੰਦਰ ਰੱਖ ਲਏ ਆ, ਇਹਨਾਂ ਤੇ ਉਹ ਸੁੰਦਰਤਾ ਹੈ ਨਹੀਂ। ਇਹਨਾਂ ਦੇ ਵਿੱਚ ਉਹ ਸਾਹ, ਉਹ ਸ਼ਬਦ ਹੈ ਨਹੀਂ। ਇਹ ਸ਼ਬਦ ਤੋਂ ਬਗੈਰ ਸਾਡੀ ਹੱਥਾਂ ਦੀ ਬਣਾਈ ਹੋਈ ਕਲਾ ਆ। ਲੇਕਿਨ ਉਸ ਬਾਣੀ ਦੇ ਨਾਲ ਜੋ ਕੁਝ ਪਰਮੇਸ਼ਵਰ ਨੇ ਤਿਆਰ ਕੀਤਾ ਉਹ ਅਸੀਂ ਦੇਖ ਸਕਦੇ ਹਾਂ। ਪਰਮੇਸ਼ਵਰ ਨੇ ਕਹਿ ਕੇ ਧਰਤੀ ਤੇ ਸਵਰਗ ਬਣਾਏ, ਉਸ ਦੇ ਸ਼ਬਦ ਦੇ ਨਾਲ, ਉਸ ਦੇ ਸ਼ਬਦ ਤੋਂ ਹੀ ਇਹ ਜੋ ਇਨਸਾਨ ਅਸੀਂ ਦੇਖਦੇ ਹਾਂ ਇਹ ਬਣਿਆ। ਉਸ ਦੇ ਸ਼ਬਦ ਤੋਂ ਹੀ ਸਾਰੇ ਜਾਨਵਰ ਤਿਆਰ ਕੀਤੇ ਗਏ। ਉਸ ਦੇ ਸ਼ਬਦ ਦੇ ਨਾਲ ਹਰ ਇੱਕ ਚੀਜ਼ ਦੀ ਰਚਨਾ ਕੀਤੀ ਗਈ। ਬਾਣੀ ਰਚਨਹਾਰ ਆ। ਬਾਣੀ ਦੇ ਵਿੱਚ ਜ਼ਿੰਦਗੀ ਆ। ਜਿਸ ਵੇਲੇ ਅਸੀਂ ਪ੍ਰਭੂ ਦਾ ਵਚਨ ਅੱਗੇ ਦੇਖਦੇ ਹਾਂ, ਜੋ ਸਾਡੇ ਭਰਾ ਨੇ ਸਾਡੇ ਲਈ ਪੜ੍ਹਿਆ ਸੀ, ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਤੋਂ ਬਗੈਰ ਨਹੀਂ ਰਚੀ ਗਈ। ਉਸ ਦੇ ਵਿੱਚ ਜੀਵਨ ਸੀ ਅਤੇ ਇਹ ਜੀਵਨ ਮਨੁੱਖਤਾ ਦਾ ਚਾਨਣ ਸੀ। ਉਹ ਜ਼ਿੰਦਗੀ ਜਿਹੜੀ ਬਾਣੀ ਦੇ ਵਿੱਚ ਆ, ਉਹ ਜ਼ਿੰਦਗੀ ਜਿਹੜੀ ਪ੍ਰਭੂ ਦੀ ਬਾਣੀ ਦੇ ਵਿੱਚ ਆ, ਉਸ ਦੇ ਵਿੱਚ ਚਾਨਣ, ਉਸ ਦੇ ਵਿੱਚ ਰੋਸ਼ਨੀ, ਉਸ ਦੇ ਵਿੱਚ ਜ਼ਿੰਦਗੀ ਸੀ, ਉਸ ਦੀ ਵਿੱਚ ਰੋਸ਼ਨੀ ਸੀ ਔਰ ਚਾਨਣ ਹਨੇਰੇ ਦੇ ਉੱਤੇ ਚਮਕ ਰਿਹਾ ਸੀ। ਹਨੇਰਾ ਜਿਸ ਨੂੰ ਪਾਪ ਕਿਹਾ ਜਾਂਦਾ, ਜਿਸ ਨੂੰ ਤੁਸੀਂ ਪਾਪ ਕਹਿ ਸਕਦੇ ਆ, ਜਿੱਥੇ ਤੁਸੀਂ ਆਪਣੇ ਆਪ ਨੂੰ ਵੀ ਨਹੀਂ ਦੇਖ ਸਕਦੇ, ਆਪਣੀ ਹਾਲਤ ਨੂੰ ਨਹੀਂ ਦੇਖ ਸਕਦੇ, ਆਪਣੇ ਹਾਲਾਤ ਨੂੰ ਨਹੀਂ ਦੇਖ ਸਕਦੇ। ਉਸ ਦੀ ਗੱਲ ਉਹ ਕਹਿ ਰਿਹਾ। ਜਿਹੜਾ ਚਾਨਣ ਸੀ ਉਹ ਹਨੇਰੇ ਦੇ ਉੱਤੇ ਚਮਕ ਰਿਹਾ ਸੀ। ਚਾਨਣ ਨੇ ਹਨੇਰੇ ਉੱਤੇ ਚਮਕ ਰਿਹਾ ਸੀ, ਪਰ ਹਨੇਰੇ ਨੇ ਉਸ ਦੇ ਉੱਤੇ ਕਦੀ ਕਾਬੂ ਨਾ ਪਾਇਆ। ਪਰਮੇਸ਼ਰ ਨੇ ਆਪਣੇ ਇੱਕ ਦੂਤ ਨੂੰ ਘੱਲਿਆ ਜਿਸ ਦਾ ਨਾਂ ਯਹੂਨਾ ਸੀ, ਅਤੇ ਉਹ ਚਾਨਣ ਦੇ ਬਾਰੇ ਗਵਾਹੀ ਦੇਣ ਆਇਆ ਸੀ ਕਿ ਲੋਕੀ ਉਸ ਦੀ ਗਵਾਹੀ ਨੂੰ ਸੁਣਨ ਅਤੇ ਵਿਸ਼ਵਾਸ ਕਰਨ। ਉਹ ਆਪ ਤਾਂ ਚਾਨਣ ਨਹੀਂ ਸੀ, ਸਗੋਂ ਚਾਨਣ ਦੇ ਬਾਰੇ ਗਵਾਹੀ ਦੇਣ ਆਇਆ ਸੀ। ਸੋ ਉਸ ਤੋਂ ਬਾਅਦ ਅਸੀਂ ਦੇਖਦੇ ਕਿ ਪ੍ਰਭੂ ਨੇ ਬਹੁਤ ਸਾਰੇ ਐਸੇ ਨਬੀ, ਐਸੇ ਪੈਗੰਬਰ, ਐਸੇ ਗੁਰੂ, ਐਸੇ ਆਪਣੇ ਲੋਕ ਖੜੇ ਕੀਤੇ ਜਿਸ ਦੇ ਰਾਹੀਂ ਉਸਨੇ ਆਪਣੀ ਬਾਣੀ ਸਾਨੂੰ ਦਿੱਤੀ। ਉਹ ਚਾਨਣ ਤਾਂ ਨਹੀਂ ਸੀ, ਉਹ ਆਪ ਚਾਨਣ ਤਾਂ ਨਹੀਂ ਸੀ, ਪਰ ਜਿਹੜਾ ਚਾਨਣ ਉਹਨਾਂ ਦੇ ਰਾਹੀਂ ਅਸੀਂ ਪ੍ਰਾਪਤ ਕੀਤਾ, ਜੋ ਚਾਨਣ ਉਹਨਾਂ ਨੂੰ ਦਿੱਤਾ ਗਿਆ, ਜੋ ਚਾਨਣ ਉਹਨਾਂ ਨੇ ਸਾਡੇ ਤੱਕ ਪਹੁੰਚਾਇਆ, ਉਹ ਪ੍ਰਭੂ ਦੀ ਬਾਣੀ। ਉਹਨਾਂ ਨੇ ਉਹਨਾਂ ਨੂੰ ਇਹ ਨਾਮ ਦੇ ਦਿੱਤਾ। ਸਧਾਰਨ ਲੋਕਾਂ ਨੂੰ ਇੱਕ ਪੀਰ, ਇੱਕ ਪੈਗੰਬਰ, ਇੱਕ ਗੁਰੂ ਹੋਣ ਦਾ ਨਾਮ ਦੇ ਦਿੱਤਾ। ਬਾਣੀ ਪ੍ਰਭੂ ਨੇ ਸ਼ਬਦ ਦੇ ਤੌਰ ਤੇ ਸਾਨੂੰ ਦਿੱਤੀ। ਬਾਣੀ ਦੇ ਵੱਲ ਤੁਸੀਂ ਇੱਕ ਗੱਲ ਦੇ ਵਿੱਚ ਧਿਆਨ ਦਿਓ ਕਿ ਬਾਣੀ ਔਰ ਸਧਾਰਨ ਸ਼ਬਦਾਂ ਦੇ ਵਿੱਚ ਕੀ ਫਰਕ ਆ। ਅਗਰ ਤੁਸੀਂ ਦੇਖੋ ਤੇ ਇਹ ਦੋ ਕਿਤਾਬਾਂ ਆ ਮੇਰੇ ਕੋਲ, ਇੱਕੋ ਹੀ ਕੰਪਨੀ ਨੇ ਦੋਨੇ ਕਿਤਾਬਾਂ ਇਹ ਛਾਪੀਆਂ, ਇੱਕੋ ਹੀ ਤਰ੍ਹਾਂ ਦਾ ਪੇਪਰ ਇਹਨਾਂ ਦੇ ਉੱਤੇ ਲਾਇਆ ਗਿਆ। ਇਹ ਇੱਕ ਸੈਲਫ ਹੈਲਪ ਬੁੱਕ ਆ ਜਿਹੜੀ ਕਿ ਸਾਨੂੰ ਆਪਣੀ ਜ਼ਿੰਦਗੀ ਜੀਣ ਦੇ ਬਾਰੇ ਦੱਸਦੀ, ਕਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਤੇ ਕਿਹੜੇ ਨਹੀਂ ਕਰਨੇ ਚਾਹੀਦੇ। ਲੇਕਿਨ ਇਹ ਬਾਈਬਲ ਆ, ਇਹ ਬਾਈਬਲ ਆ। ਅਗਰ ਧਿਆਨ ਦੇ ਨਾਲ ਦੇਖੋ ਤਾਂ ਦੋਨਾਂ 'ਚ ਕੋਈ ਫਰਕ ਨਹੀਂ। ਇਹ ਵੀ ਪੇਪਰ ਆ, ਇਹਨੂੰ ਵੀ ਬਾਹਰ ਇਸ ਤੇ ਕਵਰ ਲੱਗਾ ਆ। ਇਹ ਵੀ ਪੇਪਰ ਆ, ਇਸ ਦੇ ਬਾਹਰ ਵੀ ਕਵਰ ਲੱਗਾ ਆ। ਲੇਕਿਨ ਕਿਉਂਕਿ ਜੋ ਇਸ ਦੇ ਵਿੱਚ ਆ, ਉਸਨੇ ਇਹਨਾਂ ਦੋਨਾਂ ਕਿਤਾਬਾਂ ਨੂੰ ਵੱਖਰੇ ਕਰ ਦਿੱਤਾ। ਇਹ ਇੱਕ ਸਧਾਰਨ ਕਿਤਾਬ ਬਣ ਕੇ ਰਹਿ ਗਈ, ਇੱਕ ਸਧਾਰਨ ਕਿਤਾਬ ਬਣ ਕੇ ਰਹਿ ਗਈ। ਇਸ ਨੂੰ ਸ਼ੁਰੂ ਦੇ ਵਿੱਚ ਮੈਂ ਬੜੇ ਤੁਸੀਂ ਕਹ ਲਓ ਕਿ ਇੱਕ ਆਪਣੇ ਚਾਹਤ ਦੇ ਨਾਲ ਇਸ ਨੂੰ ਪੜ੍ਹੂੰਗਾ, ਦੂਸਰਿਆਂ ਨੂੰ ਇਸ ਦੇ ਬਾਰੇ ਦੱਸੂੰਗਾ। ਪਰ ਇੱਕ ਦਿਨ ਐਸਾ ਆ ਜਾਏਗਾ ਕਿ ਇਸ ਨੂੰ ਮੈਂ ਮੋੜ ਦੇ ਉੱਤੇ ਰੱਖ ਦਊਂਗਾ। ਜੇ ਮੈਂ ਬਹੁਤ ਚੰਗਾ ਕਰੂੰਗਾ ਤਾਂ ਮੈਂ ਕਿਸੇ ਪੁਰਾਣੇ ਸਟੋਰ ਦੇ ਵਿੱਚ ਜਾ ਕੇ ਤੇ ਇਸ ਨੂੰ ਛੱਡ ਦਊਂਗਾ ਕਿ ਉਹ ਇਸ ਨੂੰ ਗਾਂ ਵੇਚ ਦੇਣ। ਲੇਕਿਨ ਇਹ ਇੱਕ ਦੂਸਰੀ ਕਿਤਾਬ ਆ, ਪੇਪਰ ਉਹ ਹੀ ਆ, ਜਿਲਦ ਵੀ ਉਸੇ ਮਟੀਰੀਅਲ ਦੀ ਬਣੀ ਆ,
ਤਿਆਰ ਵੀ ਉਸੇ ਕੰਪਨੀ ਨੇ ਕੀਤੀ ਆ, ਕਿਉਂਕਿ ਇਸ ਦੇ ਵਿੱਚ ਪਰਮੇਸ਼ਰ ਦੀ ਬਾਣੀ ਆ। ਸੋ ਇਸ ਨੂੰ ਮੈਂ ਬੜੇ ਪਿਆਰ ਦੇ ਨਾਲ ਰੱਖਦਾ, ਇਸ ਨੂੰ ਮੈਂ ਸਤਿਕਾਰ ਦਿੰਦਾ, ਇਸ ਨੂੰ ਮੈਂ ਲਪੇਟ ਕੇ ਰੱਖਦਾ। ਜਦ ਇਹ ਪੁਰਾਣੀ ਹੋ ਜਾਂਦੀ ਆ, ਤਾਂ ਇਸ ਨੂੰ ਮੈਂ ਇਸ ਕਿਤਾਬ ਦੇ ਵਾਂਗੂ ਸੁੱਟ ਨਹੀਂ ਦਿੰਦਾ, ਇੱਕ ਪਾਸੇ ਨਹੀਂ ਸੁੱਟ ਦਿੰਦਾ। ਇਸ ਦੇ ਨਾਲ ਆਪਣੇ ਵਿਸ਼ਵਾਸ ਦੇ ਅਨੁਸਾਰ 3 ਚੀਜ਼ਾਂ ਕੀਤੀਆਂ ਜਾਂਦੀਆਂ। ਜਾਂ ਇਸ ਨੂੰ ਦਬਾ ਦਿੱਤਾ ਜਾਂਦਾ, ਜਾਂ ਇਸ ਨੂੰ ਜਲ ਪ੍ਰਵਾਹ ਕੀਤਾ ਜਾਂਦਾ, ਜਾਂ ਇਸ ਨੂੰ ਅਗਨੀ ਪ੍ਰਵਾਹ ਕਰ ਦਿੱਤਾ ਜਾਂਦਾ। ਕੀ ਫਰਕ ਪੈ ਗਿਆ ਹੈ? ਦੋਨੇ ਤਾਂ ਪੇਪਰ ਆ, ਦੋਨਾਂ ਦੇ ਵਿੱਚ ਜਿਲਦ ਲੱਗੀ ਆ, ਇੱਕੋ ਹੀ ਕੰਪਨੀ ਨੇ ਦੋਨੇ ਤਿਆਰ ਕੀਤੇ ਆ। ਫਰਕ ਕੀ ਪਿਆ? ਫਰਕ ਸਿਰਫ ਇੱਕ ਪਿਆ ਕਿ ਇਸ ਦੇ ਵਿੱਚ ਜਿਹੜੀ ਲਿਖਤ ਆ ਉਹ ਪਰਮੇਸ਼ਵਰ ਦੀ ਦਿੱਤੀ ਹੋਈ ਲਿਖਤ ਆ। ਉਸ ਲਿਖਤ ਨੇ ਇਸ ਨੂੰ ਬਦਲ ਦਿੱਤਾ, ਉਸ ਲਿਖਤ ਨੇ ਇਸ ਨੂੰ ਪਵਿੱਤਰ ਬਾਈਬਲ ਬਣਾ ਦਿੱਤਾ। ਉਸ ਬਾਣੀ ਨੇ, ਜਿਹੜੀ ਬਾਣੀ ਪ੍ਰਭੂ ਦੀ ਉਸ ਉਹਨਾਂ ਸਧਾਰਨ ਇਨਸਾਨਾਂ ਦੇ ਰਾਹੀਂ ਆਈ, ਉਸ ਸਧਾਰਨ ਇਨਸਾਨਾਂ ਨੂੰ ਪ੍ਰਭੂ ਉਹਨੂੰ ਇਸ ਬਾਣੀ ਨੇ ਪ੍ਰੋਹਿਤ ਬਣਾ ਦਿੱਤਾ, ਪੀਰ ਬਣਾ ਦਿੱਤਾ, ਪੈਗੰਬਰ ਬਣਾ ਦਿੱਤਾ। ਇਸ ਸਧਾਰਨ ਕਿਤਾਬ ਨੂੰ, ਇਹਨਾਂ ਸਧਾਰਨ ਪੇਪਰਾਂ ਨੂੰ, ਇਹਨਾਂ ਸਧਾਰਨ ਜਿਲਦ ਨੂੰ ਉਸਨੇ ਪਵਿੱਤਰ ਬਾਈਬਲ ਬਣਾ ਦਿੱਤਾ। ਅਸੀਂ ਇਸ ਨੂੰ ਪਵਿੱਤਰ ਕਹਿਣਾ ਸ਼ੁਰੂ ਕਰ ਦਿੱਤਾ, ਇੱਕ ਕਿਤਾਬ ਨੂੰ ਪਵਿੱਤਰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ। ਲੇਕਿਨ ਵਚਨ ਦੇ ਵਿੱਚ ਜਿਸ ਵੇਲੇ ਅਸੀਂ ਅੱਗੇ ਦੇਖਦੇ ਹਾਂ ਤੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਿ ਸੱਚਾ ਚਾਨਣ ਜੋ ਹਰ ਮਨੁੱਖ ਨੂੰ ਪ੍ਰਕਾਸ਼ਿਤ ਕਰਦਾ ਹੈ ਸੰਸਾਰ ਦੇ ਵਿੱਚ ਆ ਰਿਹਾ ਸੀ। ਸੋ ਬਾਣੀ ਦੇ ਬਾਰੇ ਅਸੀਂ 3 ਚੀਜ਼ਾਂ ਪੜ੍ਹੀਆਂ। ਇਹ ਰਚਨਹਾਰ ਆ, ਬਾਣੀ ਕਰਤਾ ਪੁਰਖ ਆ, ਬਾਣੀ ਦੇ ਵਿੱਚ ਕ੍ਰੀਏਟਿਵ ਪਾਵਰ ਆ, ਬਾਣੀ ਪਵਿੱਤਰ ਆ ਕਿਉਂਕਿ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲੀ ਆ। ਬਾਣੀ ਦੇ ਵਿੱਚ ਲਾਈਟ ਆ, ਬਾਣੀ ਦੇ ਵਿੱਚ ਰੋਸ਼ਨੀ ਆ ਜਿਹੜੀ ਸਾਡੇ ਤੱਕ ਪਹੁੰਚੀ ਆ। ਬਾਣੀ ਦੀ ਉਹ ਰੋਸ਼ਨੀ ਆ ਜਿਹੜੀ ਜਿਹੜੇ ਇਨਸਾਨ ਦੇ ਅੰਦਰ ਨੂੰ ਜਾਗਰਤ ਕਰਦੀ, ਜਿਹੜੇ ਇਨਸਾਨ ਦੇ ਅੰਦਰ ਚਾਨਣ ਲੈ ਕੇ ਆਉਂਦੀ ਆ, ਉਸ ਹਨੇਰੇ ਨੂੰ ਚਾਨਣ ਦੇ ਵਿੱਚ ਬਦਲਦੀ ਹੈ ਜੋ ਅੰਦਰ ਆ। ਮੈਂ ਬਾਹਰਲੀਆਂ ਗੱਲਾਂ ਬਹੁਤ ਅੱਛੀਆਂ ਕਰ ਸਕਦਾ, ਸਾਰਾ ਦਿਨ ਬੈਠ ਕੇ ਤੁਹਾਡੇ ਨਾਲ ਧਾਰਮਿਕ ਗੱਲਾਂ ਕਰ ਸਕਦਾ, ਮੇਰੇ ਅੰਦਰ ਨੂੰ ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਵਾਲ ਤਾਂ ਅੰਦਰ ਦਾ ਆ। ਪਰਮੇਸ਼ਵਰ ਨੇ ਤਾਂ ਜੱਜ ਉਸ ਅੰਦਰ ਨੂੰ ਕਰਨਾ ਆ, ਉਸਨੇ ਤਾਂ ਹਿਸਾਬ ਕਿਤਾਬ ਉਸ ਅੰਦਰ ਤੋਂ ਲੈਣਾ, ਜਿਹੜਾ ਇਹ ਸਰੀਰ ਦੇ ਅੰਦਰ ਰਹਿੰਦਾ, ਉਸ ਮਨ ਤੋਂ ਜਿਹੜਾ ਇਹਦੇ ਅੰਦਰ ਰਹਿੰਦਾ, ਉਸ ਆਤਮਾ ਤੋਂ ਜਿਹਦੇ ਇਹਦੇ ਅੰਦਰ ਰਹਿੰਦੀ ਆ। ਵਚਨ ਦੱਸਦਾ ਕਿ ਬਾਣੀ ਉਸ ਨੂੰ ਪ੍ਰਕਾਸ਼ਿਤ ਕਰਦੀ ਆ। ਉਸ ਸੰਸਾਰ ਵਿੱਚ ਸੀ, ਪਰਮੇਸ਼ਵਰ ਨੇ ਸਾਰਾ ਸੰਸਾਰ ਉਸ ਦੇ ਦੁਆਰਾ ਰਚਿਆ ਗਿਆ ਸੀ, ਪਰ ਫਿਰ ਵੀ ਸੰਸਾਰ ਨੇ ਉਸ ਨੂੰ ਨਾ ਜਾਣਿਆ। ਉਹ ਆਪਣੇ ਘਰ ਆਇਆ, ਪਰ ਉਸਦੇ ਆਪਣੇ ਲੋਕਾਂ ਨੇ ਹੀ ਉਸ ਨੂੰ ਸਵੀਕਾਰ ਨਾ ਕੀਤਾ ਤੇ ਉਸ ਉੱਤੇ ਵਿਸ਼ਵਾਸ ਨਾ ਕੀਤਾ। ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਤੇ ਉਸ ਉੱਤੇ ਵਿਸ਼ਵਾਸ ਕੀਤਾ, ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਉਹਨਾਂ ਦਾ ਜਨਮ ਨਾ ਲਹੂ ਤੋਂ, ਨਾ ਸਰੀਰਕ ਇੱਛਾ ਤੋਂ, ਨਾ ਹੀ ਆਦਮੀ ਦੀ ਇੱਛਾ ਤੋਂ ਹੋਇਆ, ਸਗੋਂ ਉਹ ਪਰਮੇਸ਼ਰ ਦੀ ਆਪਣੀ ਇੱਛਾ ਦੇ ਨਾਲ ਉਸ ਦੀ ਸੰਤਾਨ ਬਣੇ। ਸ਼ਬਦ ਮਨੁੱਖ ਬਣਿਆ ਅਤੇ ਸਾਡੇ ਵਿੱਚ ਰਿਹਾ ਅਤੇ ਅਸੀਂ ਉਸ ਦਾ ਪ੍ਰਤਾਪ ਦੇਖਿਆ, ਜਿਹੜਾ ਕਿਰਪਾ ਅਤੇ ਸੱਚਾਈ ਦੇ ਨਾਲ ਭਰਪੂਰ ਸੀ। ਇਹ ਪ੍ਰਤਾਪ ਉਸ ਨੂੰ ਪਿਤਾ ਦੇ ਇਕਲੌਤੇ ਪੁੱਤਰ ਹੋਣ ਦੇ ਕਾਰਨ ਮਿਲਿਆ। ਬਾਣੀ, ਪਵਿੱਤਰ ਬਾਣੀ ਜੋ ਨਬੀਆਂ, ਜੋ ਪੀਰਾਂ, ਪੈਗੰਬਰਾਂ, ਫਕੀਰਾਂ ਦੇ ਰਾਹੀਂ ਸਾਨੂੰ ਮਿਲੀ, ਜੋ ਅਸੀਂ ਪੇਪਰ ਦੇ ਰੂਪ ਦੇ ਵਿੱਚ ਜਿਸ ਨੂੰ ਇਕੱਠਾ ਕੀਤਾ, ਜਿਸ ਨੂੰ ਅਸੀਂ ਪਵਿੱਤਰ ਪੁਸਤਕਾਂ ਕਹਿਣਾ ਸ਼ੁਰੂ ਕਰ ਦਿੱਤਾ। ਲੇਕਿਨ
ਜਿਸ ਦੇ ਸਿਰਫ ਪੜ੍ਹਨ ਦੇ ਨਾਲ ਕਰਨ ਦੇ ਵਿੱਚ ਬਹੁਤਾ ਫਰਕ ਨਹੀਂ ਆਇਆ। ਉਹ ਬਾਣੀ ਖੁਦ ਮਨੁੱਖ ਬਣ ਕੇ ਇਸ ਧਰਤੀ ਤੇ ਆਈ। ਸਭ ਤੋਂ ਪਰਮੇਸ਼ਵਰ ਦੀ, ਅਗਰ ਮੈਂ ਤੁਹਾਡੇ ਕੋਲ ਇੱਥੇ ਇੱਕ ਕਿਤਾਬ ਰੱਖ ਦੇਵਾਂ, ਪੇਪਰ ਰੱਖ ਦੇਵਾਂ, ਔਰ ਦੂਸਰੇ ਪਾਸੇ ਇੱਕ ਬੱਚੇ ਨੂੰ ਖੜਾ ਕਰ ਦੇਵਾਂ, ਪਰਮੇਸ਼ਵਰ ਦੀ ਸਭ ਤੋਂ ਉੱਤਮ ਕ੍ਰੀਏਸ਼ਨ ਕੀ ਆ? ਕਿਤਾਬ ਜਾਂ ਇਨਸਾਨ? ਇਨਸਾਨ। ਜੇ ਬਾਣੀ ਪੇਪਰ ਦੇ ਵਿੱਚ ਸਾਡੇ ਕੋਲ ਆ ਸਕਦੀ ਆ, ਜੇ ਪਵਿੱਤਰ ਬਾਣੀ ਸਾਡੇ ਕੋਲ ਪੇਪਰ ਦੇ ਵਿੱਚ ਆ ਸਕਦੀ ਆ, ਤੇ ਕੀ ਉਹ ਪਵਿੱਤਰ ਬਾਣੀ ਇੱਕ ਇਨਸਾਨ ਦੇ ਤੌਰ ਤੇ ਸਾਡੇ ਕੋਲ ਨਹੀਂ ਆ ਸਕਦੀ? ਇਹ ਫਰਕ ਆ ਮੇਰੇ ਵੀਰ, ਮੇਰੀ ਭੈਣ। ਪ੍ਰਭੂ ਦਾ ਵਚਨ ਜਿਹੜਾ ਅੱਜ ਅਸੀਂ ਇੰਨੀ ਸੈਲੀਬ੍ਰੇਸ਼ਨ ਕੀਤੀ, ਇੰਨਾ ਅਸੀਂ ਉਸ ਦੇ ਨਾਮ ਨੂੰ ਉੱਚਾ ਕੀਤਾ, ਗੀਤਾਂ ਦੇ ਰਾਹੀਂ ਉਸ ਦੇ ਨਾਮ ਨੂੰ ਉੱਚਾ ਕੀਤਾ, ਸਵਰਗਦੂਤਾਂ ਦੇ ਦੱਸੇ ਹੋਏ ਗੀਤ ਗਾਏ, ਆਜੜੀਆਂ ਦੇ, ਚਰਵਾਹਿਆਂ ਦੇ ਗੀਤ ਗਾਏ, ਔਰ ਉਸ ਦੇ ਨਾਮ ਨੂੰ ਅਸੀਂ ਉੱਚਾ ਕੀਤਾ। ਉਹ ਬਾਣੀ ਦੇਹਧਾਰੀ ਹੋ ਕੇ ਸਾਡੇ ਵਿੱਚ ਆਈ, ਸਰੀਰ ਲੈ ਕੇ ਸਾਡੇ ਵਿੱਚ ਆਈ, ਔਰ ਅਸੀਂ ਉਹ ਕਿਰਪਾ ਉਸ ਦੀ ਦੇਖੀ, ਉਸ ਦਾ ਉਹ ਰਹਿਮ ਦੇਖਿਆ, ਉਸ ਦੀ ਉਹ ਦਇਆ ਦੇਖੀ, ਜੋ ਉਸਨੇ ਇੱਕ ਪਾਪੀ ਇਨਸਾਨ ਦੇ ਲਈ, ਜੋ ਉਸਨੇ ਤਿਆਰ ਕਰਕੇ ਰੱਖੀ ਸੀ। ਵਚਨ ਦੱਸਦਾ ਕਿ ਉਹ ਆਪਣਿਆਂ ਦੇ ਕੋਲ ਆਇਆ, ਪਰ ਆਪਣਿਆਂ ਨੇ ਉਸ ਨੂੰ ਸਵੀਕਾਰ ਨਾ ਕੀਤਾ, ਕਿਉਂਕਿ ਉਹਨਾਂ ਦੇ ਕੋਲ ਮੂਸਾ ਦੀਆਂ ਕਿਤਾਬਾਂ ਸੀ, ਔਰ ਉਹ ਮੂਸਾ ਦੀਆਂ ਕਿਤਾਬਾਂ ਲੈ ਕੇ ਇਹੋ ਹੀ ਦੱਸਦੇ ਰਹੇ ਕਿ ਸਾਡੇ ਕੋਲ ਕਿਤਾਬੀ ਗਿਆਨ ਆ, ਅਸੀਂ ਧਰਮੀ ਆ, ਔਰ ਉਹਦੇ ਵਿੱਚ ਹੀ ਫਸ ਕੇ ਰਹਿ ਗਏ। ਇਸ ਤੋਂ ਜ਼ਿਆਦਾ ਉਹਨਾਂ ਨੂੰ ਕੁਝ ਨਹੀਂ ਮਿਲਿਆ। ਲੇਕਿਨ ਇੱਕ ਪਾਪੀ ਸਭ ਕੁਝ ਪਾ ਗਏ। ਉਹ ਆਪਣਿਆਂ ਕੋਲ ਆਇਆ, ਆਪਣਿਆਂ ਨੇ ਉਸ ਨੂੰ ਸਵੀਕਾਰ ਨਾ ਕੀਤਾ, ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ, ਜਿਨ੍ਹਾਂ ਨੇ ਉਸ ਬਾਣੀ ਨੂੰ ਜੋ ਦੇਹਧਾਰੀ ਹੋ ਕੇ ਸਾਡੇ ਵਿੱਚ ਆਈ, ਉਸ ਨੂੰ ਲਿਆ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਆ ਤੇ ਪੂਰਾ ਕਰ। ਬਾਣੀ ਦਾ ਜਾਪ ਕਰਨ ਤੋਂ ਬਾਅਦ ਤੁਹਾਨੂੰ ਪਤਾ ਕਿ ਮੈਂ ਆਪਣੇ ਆਪ ਦੇ ਉੱਤੇ ਇੱਕ ਐਕਸਟਰਾ ਭਾਰ ਲੱਦ ਲੈਣਾ, ਇੱਕ ਹੋਰ ਭਾਰ ਲੱਦ ਲੈਣਾ, ਕਿਉਂਕਿ ਹੁਣ ਮੈਨੂੰ ਸੱਚਾਈ ਦਾ ਪਤਾ ਆ। ਜਦ ਮੈਂ ਬਾਣੀ ਦਾ ਜਾਪ ਕਰ ਲਿਆ ਤੇ ਮੈਨੂੰ ਸੱਚਾਈ ਦਾ ਪਤਾ ਆ। ਹੁਣ ਮੇਰਾ ਜਿਸ ਵੇਲੇ ਉਹ ਸੱਚਾਈ ਨਹੀਂ ਕਰਦਾ, ਤੇ ਹੁਣ ਮੈਂ ਪਾਪ ਦਾ ਭਾਗੀ ਹਾਂ। ਔਰ ਜਿਸ ਵੇਲੇ ਅਸੀਂ ਪ੍ਰਭੂ ਦਾ ਵਚਨ ਪੜ੍ਹਦੇ ਹਾਂ, ਤਾਂ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਸੰਤ ਦਾ ਨਾਮ ਹੈ, ਜਿਸ ਦਾ ਨਾਮ ਪੌਲੁਸ ਆ, ਔਰ ਉਹ ਇਸੇ ਹੀ ਤਰ੍ਹਾਂ ਜੋ ਹਾਲਤ ਤੁਹਾਡੀ ਔਰ ਮੇਰੀ ਆ, ਇਸ ਦੇ ਵਿੱਚ ਸਾਡੇ ਵਿੱਚੋਂ ਬਹੁਤੇ ਆਪਣੀ ਹਾਲਤ ਨੂੰ ਦੇਖਣਗੇ ਔਰ ਕਹਿਣਗੇ ਇਹੋ ਹੀ ਹਾਲਤ ਮੇਰੀ ਆ। ਇਹ ਪ੍ਰਭੂ ਦੇ ਬੰਦੇ ਨੇ ਅੱਜ ਤੋਂ 2000 ਸਾਲ ਪਹਿਲਾਂ ਦੀ ਲਿਖਤ ਆ, ਜਿਹੜੀ ਮੈਂ ਤੁਹਾਡੇ ਸਾਹਮਣੇ ਪੜ੍ਹਨ ਲੱਗਾ। ਲੇਕਿਨ ਤੁਸੀਂ ਦੇਖੋਗੇ ਕਿ ਅੱਜ ਵੀ ਇਨਸਾਨ ਦੀ ਹਾਲਤ ਇਹ ਹੀ ਆ। ਉਹ ਵਚਨ ਦੇ ਵਿੱਚ ਉਹ ਇਹ ਕਹਿ ਰਿਹਾ, ਆਪਣੀ ਹਾਲਤ ਨੂੰ ਦੇਖਦਿਆਂ ਹੋਇਆਂ, ਕਿ ਮੈਂ ਜਾਣਦਾ ਹਾਂ ਕਿ ਬਾਣੀ, ਨੇਮ ਸ਼ਾਸਤਰ ਦੈਵੀ ਹੈ, ਪਵਿੱਤਰ ਹੈ, ਪਰ ਮੈਂ ਇੱਕ ਮਰਨਹਾਰ ਮਨੁੱਖ ਹਾਂ ਜੋ ਪਾਪ ਦੇ ਹੱਥੀਂ ਵਿਕ ਚੁੱਕਾ ਹਾਂ। ਮੈਂ ਆਪਣੇ ਹੀ ਕੀਤੇ ਕੰਮਾਂ ਨੂੰ ਨਹੀਂ ਸਮਝਦਾ ਹਾਂ, ਕਿਉਂਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਨਹੀਂ ਕਰਦਾ, ਸਗੋਂ ਉਹੀ ਕਰਦਾ ਹਾਂ ਜਿਸ ਨੂੰ ਮੈਂ ਘਿਰਣਾ ਕਰਦਾ। ਪਰ ਜੇਕਰ ਮੈਂ ਉਹੀ ਕੰਮ ਕਰਦਾ ਹਾਂ ਜੋ ਨਹੀਂ ਚਾਹੁੰਦਾ ਹਾਂ, ਤਾਂ ਮੈਂ ਇਹ ਸਿੱਧ ਕਰਦਾ ਅਤੇ ਮੰਨਦਾ ਹਾਂ ਕਿ ਨੇਮ ਸ਼ਾਸਤਰ ਠੀਕ ਹੈ। ਪਰ ਜੇਕਰ ਮੈਂ ਉਹ ਕੰਮ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਹਾਂ, ਤਾਂ ਮੈਂ ਇਹ ਸਿੱਧ ਕਰਦਾ ਹਾਂ ਅਤੇ ਮੰਨਦਾ ਹਾਂ ਕਿ ਨੇਮ ਸ਼ਾਸਤਰ ਠੀਕ ਹੈ। ਇਸ ਹਾਲਤ ਵਿੱਚ ਕੰਮ ਨੂੰ ਕਰਨ ਵਾਲਾ ਮੈਂ ਨਹੀਂ ਹਾਂ, ਸਗੋਂ ਉਹ ਪਾਪ ਹੈ ਜੋ ਮੇਰੇ ਅੰਦਰ ਰਹਿ ਰਿਹਾ ਹੈ। ਹਾਂ, ਮੈਂ ਜਾਣਦਾ ਹਾਂ ਕਿ ਮੇਰੇ ਅੰਦਰ, ਅਰਥਾਤ ਮੇਰੇ ਸਰੀਰ ਦੇ ਅੰਦਰ, ਕੋਈ ਭਲਾਈ ਨਹੀਂ ਰਹਿ ਰਹੀ ਹੈ। ਭਲਾਈ ਕਰਨ ਦਾ ਵਿਚਾਰ ਤਾਂ ਮੇਰੇ ਅੰਦਰ ਹੈ,
ਪਰ ਇਸ ਨੂੰ ਕਰਨ ਦੀ ਸ਼ਕਤੀ ਮੇਰੇ ਅੰਦਰ ਨਹੀਂ ਹੈ। ਭਲਾਈ ਕਰਨ ਦਾ ਵਿਚਾਰ ਤਾਂ ਮੇਰੇ ਅੰਦਰ ਹੈ, ਪਰ ਇਸ ਨੂੰ ਕਰਨ ਦੀ ਸ਼ਕਤੀ ਮੇਰੇ ਅੰਦਰ ਨਹੀਂ। ਕਿੰਨੀ ਵਾਰੀ ਅਸੀਂ ਮਨ ਦੇ ਵਿੱਚ ਇਹ ਸੋਚਿਆ ਕਿ ਅਸੀਂ ਕਿਸੇ ਦੀ ਗੱਲ ਨਹੀਂ ਕਰਨੀ, ਲੇਕਿਨ ਥੋੜਾ ਜਿਹਾ ਮਾਹੌਲ ਬਦਲਣ ਦੀ ਗੱਲ ਹੁੰਦੀ ਆ ਕਿ ਅਸੀਂ ਉਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ, ਉਹਨਾਂ ਹੀ ਲੋਕਾਂ ਦੇ ਵਿੱਚ ਰਲ ਕੇ ਉੱਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ। ਕਿੰਨੀ ਵਾਰੀ ਅਸੀਂ ਉਹ ਕੰਮ ਕਰਕੇ ਬਾਅਦ ਦੇ ਵਿੱਚ ਪਛਤਾਉਂਦੇ ਆ, ਉਹ ਗੱਲ ਕਹਿ ਕੇ ਬਾਅਦ ਦੇ ਵਿੱਚ ਪਛਤਾਉਂਦੇ ਆ। ਉਹ ਪਛਤਾਵਾ ਕੀ ਆ? ਪਛਤਾਵਾ ਇਹ ਆ ਕਿ ਸੱਚ ਦਾ ਮੈਨੂੰ ਪਤਾ ਤਾਂ ਹੈ, ਸੱਚ ਦਾ ਮੈਨੂੰ ਪਤਾ ਤਾਂ ਹੈ, ਪਰ ਉਹਨੂੰ ਕਰਨ ਦੀ ਮੇਰੇ ਅੰਦਰ ਤਾਕਤ ਨਹੀਂ। ਉਸ ਨੂੰ ਕਰਨ ਦੀ ਮੇਰੇ ਅੰਦਰ ਤਾਕਤ ਨਹੀਂ। ਸੋ ਵਚਨ ਦੇ ਵਿੱਚ ਉਹ ਇਹੋ ਹੀ ਕਹਿ ਰਿਹਾ, ਹਾਂ ਮੈਂ ਜਾਣਦਾ ਹਾਂ ਕਿ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲਾਈ ਨਹੀਂ ਰਹਿ ਰਹੀ ਹੈ। ਭਲਾਈ ਕਰਨ ਦਾ ਵਿਚਾਰ ਤਾਂ ਮੇਰੇ ਅੰਦਰ ਹੈ, ਪਰ ਉਸ ਨੂੰ ਕਰਨ ਦੀ ਸ਼ਕਤੀ ਮੇਰੇ ਅੰਦਰ ਨਹੀਂ ਹੈ। ਜੋ ਭਲਾਈ ਕਰਨ ਦੀ ਮੇਰੀ ਇੱਛਾ ਹੁੰਦੀ ਹੈ ਮੈਂ ਨਹੀਂ ਕਰਦਾ, ਪਰ ਜੋ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ ਹਾਂ ਉਸ ਨੂੰ ਕਰਦਾ। ਪਰ ਜੇਕਰ ਮੈਂ ਉਹੀ ਕਰਦਾ ਹਾਂ ਜੋ ਨਹੀਂ ਚਾਹੁੰਦਾ ਹਾਂ, ਤਾਂ ਉਸ ਨੂੰ ਕਰਨ ਵਾਲਾ ਫਿਰ ਮੈਂ ਨਹੀਂ ਹਾਂ, ਸਗੋਂ ਉਹ ਪਾਪ ਹੈ ਜੋ ਮੇਰੇ ਅੰਦਰ ਰਹਿ ਰਿਹਾ ਹੈ। ਉਹ ਪਾਪ ਹੈ ਜੋ ਮੇਰੇ ਅੰਦਰ ਰਹਿ ਰਿਹਾ ਹੈ। ਹੁਣ ਉਸ ਪਾਪ ਦਾ ਇਲਾਜ ਕੀ ਹੈ? ਉਸ ਪਾਪ ਦਾ ਇਲਾਜ ਕੀ ਹੈ? ਇਸ ਤਰ੍ਹਾਂ ਮੈਨੂੰ ਨਿਯਮ ਦਾ ਤਾਂ ਪਤਾ ਹੈ, ਪਰ ਕਿਸੇ ਭਲਾਈ ਕਰਨ ਦਾ ਵਿਚਾਰ ਕਰਦਾ ਹਾਂ ਤਾਂ ਬੁਰਾਈ ਮੇਰੇ ਤੋਂ ਹੁੰਦੀ ਹੈ। ਪਰ ਮੇਰਾ ਮਨ ਤਾਂ ਪਰਮੇਸ਼ਰ ਦੇ ਨੇਮ ਤੋਂ ਖੁਸ਼ ਹੈ, ਪਰ ਮੈਂ ਆਪਣੇ ਸਰੀਰ ਦੇ ਅੰਦਰ ਇੱਕ ਨਵੇਂ ਹੀ ਨੇਮ ਨੂੰ ਕੰਮ ਕਰਦਿਆਂ ਦੇਖਦਾ ਹਾਂ। ਉਹ ਨੇਮ ਉਹ ਹੈ ਜੋ ਮੇਰੇ ਮਨ ਦੇ ਠੀਕ ਮੇਰੇ ਇਸ ਨੇਮ ਦੇ ਵਿਰੁੱਧ ਸੰਘਰਸ਼ ਕਰਦਾ ਹੈ। ਇਹ ਨਹੀਂ, ਉਹ ਮੈਨੂੰ ਪਾਪ ਦੇ ਨੇਮ ਦਾ ਬੰਦੀ ਬਣਾ ਦਿੰਦਾ ਹੈ ਜੋ ਮੇਰੇ ਸਰੀਰਕ ਅੰਗਾਂ ਦੇ ਵਿੱਚ ਕੰਮ ਕਰ ਰਿਹਾ ਹੈ। ਮੈਂ ਕਿੰਨਾ ਅਭਾਗਾ ਮਨੁੱਖ ਹਾਂ। ਮੈਨੂੰ ਇਸ ਮਰਨਹਾਰ ਸਰੀਰ ਅਰਥਾਤ ਮੌਤ ਦੇ ਬੰਧਨ ਤੋਂ ਕੌਣ ਬਚਾਵੇਗਾ? ਮੈਂ ਕਿੰਨਾ ਅਭਾਗਾ ਮਨੁੱਖ ਹਾਂ ਕਿ ਮੈਨੂੰ ਗਿਆਨ ਤਾਂ ਬਹੁਤ ਆ, ਮੈਨੂੰ ਗਿਆਨ ਤਾਂ ਬਹੁਤ ਆ, ਮੈਨੂੰ ਸਾਰੇ ਪਰਮੇਸ਼ਵਰ ਦੀ ਬਾਣੀ ਦਾ ਮੈਨੂੰ ਸਾਰਾ ਪਤਾ, ਮੈਨੂੰ ਉਸਦੇ ਪਵਿੱਤਰ ਕੰਮਾਂ ਦੇ ਬਾਰੇ, ਉਸਦੀਆਂ ਪਵਿੱਤਰ ਗੱਲਾਂ ਦੇ ਬਾਰੇ ਤਾਂ ਮੈਨੂੰ ਸਭ ਕੁਝ ਪਤਾ। ਪਰ ਜਿਸ ਵੇਲੇ ਮੈਂ ਕਰਨ ਲੱਗਦਾ, in the words I'm a holy man, but in the deeds I'm not, ਉਹ ਜੋ ਬੁਰਾਈ ਮੇਰੇ ਅੰਦਰੋਂ ਪੈਦਾ ਹੁੰਦੀ, ਜੋ ਬੁਰਾਈ ਮੇਰੀ ਸੋਚ ਨੂੰ ਗੰਦੀ ਕਰਦੀ ਆ, ਮੇਰੇ ਕਰਮਾਂ ਨੂੰ ਗੰਦੇ ਕਰਦੀ ਆ, ਉਸ ਤੋਂ ਮੈਨੂੰ ਕੌਣ ਬਚਾਏਗਾ? ਉਸ ਤੋਂ ਮੈਨੂੰ ਕੌਣ ਬਚਾਏਗਾ? ਬਾਣੀ ਪੜ੍ਹਨ ਦੇ ਨਾਲ ਇਨਸਾਨ ਨੂੰ ਪਰਮੇਸ਼ਵਰ ਦੇ ਨੇਮ ਦਾ ਪਤਾ ਲੱਗਦਾ, ਉਸਦੀ ਸੱਚਾਈ ਦਾ ਪਤਾ ਲੱਗਦਾ। ਪਰ ਉਸਦੇ ਅੰਦਰ ਇੰਨੀ ਤਾਕਤ ਨਹੀਂ ਕਿ ਉਸ ਨੂੰ ਕਰ ਸਕੇ। ਤਾਂ ਫਿਰ ਇਨਸਾਨ ਕੀ ਕਹਿੰਦਾ? ਸਾਰੇ ਹੀ ਇੱਦਾਂ ਕਰਦੇ, ਸਾਰੇ ਹੀ ਇੱਦਾਂ ਕਰਦੇ ਆ। ਫਿਰ ਉਹ ਦੂਸਰਿਆਂ ਦੇ ਉੱਤੇ ਉਂਗਲੀ ਚੁੱਕਣੀ ਸ਼ੁਰੂ ਕਰ ਦਿੰਦਾ ਕਿ ਮੈਂ ਇਹਦੇ ਨਾਲੋਂ ਤਾਂ ਚੰਗਾ, ਮੈਂ ਇਹਦੇ ਨਾਲੋਂ ਤਾਂ ਚੰਗਾ, ਮੈਂ ਇਹਦੇ ਨਾਲੋਂ ਤਾਂ ਭਲਾ, ਮੈਂ ਉਹਦੇ ਨਾਲੋਂ ਤਾਂ ਭਲਾ। ਉਹ ਵੀ ਇੱਦਾਂ ਕਰਦਾ ਆ, ਉਹ ਵੀ ਇੱਦਾਂ ਕਰਦਾ ਆ, ਉਹ ਵੀ ਇੱਦਾਂ ਕਰਦਾ। ਪਰ ਉਹ ਭੁੱਲ ਜਾਂਦਾ ਕਿ ਮੈਂ ਇੱਕ ਉਂਗਲੀ ਦੂਜਿਆਂ ਤੇ ਚੁੱਕਦਾ ਪਿਆ ਤਾਂ ਤਿੰਨ ਮੇਰੇ ਵੱਲ ਨੂੰ। ਹਰ ਵੇਲੇ ਤਿੰਨ ਉਂਗਲਾਂ ਮੇਰੇ ਵੱਲ ਨੂੰ। ਉਹ ਕਹਿੰਦਾ ਕਿ ਇਹਨਾਂ ਤੋਂ ਮੈਨੂੰ ਕੌਣ ਬਚਾਏਗਾ? ਇਸ ਤੋਂ ਮੈਨੂੰ ਕੌਣ ਬਚਾਏਗਾ? ਸੋ ਪਰਮੇਸ਼ਵਰ ਨੇ ਉਹ ਤਾਕਤ, ਬਾਣੀ ਰੱਖਣ ਦੀ ਤਾਕਤ ਇਸ ਧਰਤੀ ਤੇ ਘੱਲੀ।
ਕਿ ਅਸੀਂ ਹੁਣ ਬਾਣੀ ਨੂੰ ਰੱਖ ਸਕਦੇ ਹਾਂ। ਪ੍ਰਭੂ ਯਿਸੂ ਮਸੀਹ ਦੇ ਬਾਰੇ ਇਹ ਲਿਖਿਆ ਗਿਆ ਕਿ ਉਸਨੇ ਸਭ ਚੀਜ਼ਾਂ ਦੀ ਰਚਨਾ, ਪਰਮੇਸ਼ਵਰ ਨੇ ਸਭ ਚੀਜ਼ਾਂ ਦੀ ਰਚਨਾ ਉਸ ਬਾਣੀ ਦੇ ਦੁਆਰਾ ਕੀਤੀ, ਪਰ ਫਿਰ ਉਹ ਬਾਣੀ ਖੁਦ ਦੇਹਧਾਰੀ ਹੋ ਕੇ ਇਸ ਧਰਤੀ ਤੇ ਆਈ। ਇਸ ਕਰਕੇ ਪ੍ਰਭੂ ਯਿਸੂ ਮਸੀਹ ਕੁਆਰੀ ਤੋਂ ਪੈਦਾ ਹੋਇਆ ਸੀ। ਇਸ ਕਰਕੇ ਉਹ ਕੋਈ ਪੀਰ ਜਾਂ ਪੈਗੰਬਰ ਨਹੀਂ ਸੀ। ਇਸ ਕਰਕੇ ਉਹ ਕੋਈ ਗੁਰੂ ਨਹੀਂ। ਉਹ ਕੋਈ ਐਸਾ ਇਨਸਾਨ ਨਹੀਂ ਜਿਹੜਾ ਸਾਨੂੰ ਗਿਆਨ ਦੇਣ ਆਇਆ। ਉਹ ਸਾਨੂੰ ਕੋਈ ਨਵਾਂ ਗਿਆਨ ਨਹੀਂ ਸੀ ਦੇਣ ਆਇਆ। ਉਹ ਪਰਮੇਸ਼ਵਰ ਦਾ ਦਿੱਤਾ ਹੋਇਆ ਗਿਆਨ ਜੋ ਸਾਡਿਆਂ ਹੱਥਾਂ ਦੇ ਵਿੱਚ ਪਹਿਲਾਂ ਹੀ ਸੀ, ਉਸ ਨੂੰ ਰੱਖਣ ਦੀ ਉਹ ਤਾਕਤ ਬਣ ਕੇ ਆਇਆ ਸੀ। ਪ੍ਰਭੂ ਯਿਸੂ ਮਸੀਹ ਉਹ ਰੱਖਣ ਦੀ ਤਾਕਤ ਆ ਜਿਸ ਦੇ ਲਈ ਪ੍ਰਭੂ ਦਾ ਇਹ ਬੰਦਾ ਰੋ ਰਿਹਾ ਕਿ ਮੈਂ ਭਲਾ ਕਰਨਾ ਤਾਂ ਚਾਹੁੰਦਾ, ਪਰ ਭਲਾ ਮੇਰੇ ਤੋਂ ਹੁੰਦਾ ਨਹੀਂ। ਭਲੇ ਦਾ ਗਿਆਨ ਤਾਂ ਮੈਨੂੰ ਬਹੁਤ ਆ, ਪਰ ਮੇਰੇ ਤੋਂ ਹੁੰਦਾ ਨਹੀਂ। ਮੈਨੂੰ ਇਸ ਮਰਨਹਾਰ ਸਰੀਰ ਤੋਂ ਕੌਣ ਬਚਾਏਗਾ? ਮੈਨੂੰ ਇਸ ਪਾਪ ਤੋਂ ਕੌਣ ਬਚਾਏਗਾ? ਲੇਕਿਨ ਅਗਲੀ ਆਇਤ ਦੇ ਵਿੱਚ ਲਿਖਿਆ, ਪਰਮੇਸ਼ਵਰ ਦਾ ਧੰਨਵਾਦ ਹੋਵੇ ਜੋ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰਾ ਬਚਾਓ ਹੈ। ਜੋ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰਾ ਬਚਾਓ ਹੈ। ਬਾਣੀ ਦੇਹਧਾਰੀ ਹੋ ਕੇ ਸਾਡੇ ਵਿੱਚ ਆਈ। ਉਹ ਆਪਣਿਆਂ ਦੇ ਕੋਲ ਆਈ, ਦੇਹਧਾਰੀ ਹੋ ਕੇ ਉਹਨਾਂ ਦੇ ਮੂਹਰੇ ਖੜੀ ਆ, ਲੇਕਿਨ ਉਹਨਾਂ ਨੇ ਉਸ ਨੂੰ ਨਹੀਂ ਪਹਿਚਾਣਿਆ। ਪਰ ਜਗਤ ਦੇ ਦੂਸਰਿਆਂ ਲੋਕਾਂ ਨੇ ਉਸ ਨੂੰ ਪਹਿਚਾਣ ਲਿਆ। ਕਿੰਨੀ ਕਮਜ਼ੋਰੀ ਆ ਸਾਡੇ ਵਿੱਚ ਜਿਸ ਵੇਲੇ ਅਸੀਂ ਇਹ ਕਹਿ ਦਿੰਦੇ ਆ ਕਿ ਪ੍ਰਭੂ ਯਿਸੂ ਗੋਰਿਆਂ ਦਾ ਗੁਰੂ ਆ। ਤੁਹਾਨੂੰ ਇਹਨਾਂ ਪਤਾ ਕਿ ਵੈਸਟ ਦੇ ਵਿੱਚ ਅੱਜ ਤੱਕ ਕੋਈ ਪੀਰ ਪੈਗੰਬਰ ਪੈਦਾ ਨਹੀਂ ਹੋਇਆ? ਇੱਕ ਵੀ ਨਹੀਂ। ਤੁਹਾਨੂੰ ਇਹਨਾਂ ਪਤਾ ਕਿ ਯਿਸੂ ਮਸੀਹ ਸਾਡੇ ਇਲਾਕੇ ਵਿੱਚ ਪੈਦਾ ਹੋਇਆ, ਈਸਟ ਦੇ ਵਿੱਚ ਪੈਦਾ ਹੋਇਆ। ਤੁਹਾਨੂੰ ਪਤਾ ਕਿ ਅਸੀਂ ਉਸ ਨੂੰ ਸਵੀਕਾਰ ਨਹੀਂ ਕੀਤਾ, ਪਰ ਇਹਨਾਂ ਲੋਕਾਂ ਨੇ ਸਵੀਕਾਰ ਕੀਤਾ। ਔਰ ਦੇਖੋ ਪ੍ਰਭੂ ਨੇ ਉਹਨਾਂ ਨੂੰ ਬਰਕਤ ਕਿੱਦਾਂ ਦੀ ਦਿੱਤੀ ਆ ਕਿ ਅੱਜ ਇਹਨਾਂ ਦੇ ਮੁਲਕਾਂ ਦੇ ਵਿੱਚ ਆ ਕੇ ਅਸੀਂ ਬੈਠਦੇ ਪਏ। ਆਪਣਿਆਂ ਨੇ ਸਵੀਕਾਰ ਨਾ ਕੀਤਾ, ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਜਿਸ ਤਰ੍ਹਾਂ ਉਹ ਸ਼ਬਦ ਦੇਹਧਾਰੀ ਮਰੀਅਮ ਦੀ ਕੁੱਖ ਚੋਂ ਪੈਦਾ ਹੋਇਆ, ਅੱਜ ਜਿੰਨੇ ਉਸ ਯਿਸੂ ਨੂੰ ਆਪਣੇ ਦਿਲ ਦੇ ਵਿੱਚ ਲੈਂਦੇ ਆ, ਵਚਨ ਦੱਸਦਾ ਕਿ ਉਹਨਾਂ ਦਾ ਇੱਕ ਨਵਾਂ ਜਨਮ ਹੁੰਦਾ। ਪੁਰਾਣਾ ਇਨਸਾਨ ਜੋ ਅੰਦਰ ਬੈਠਾ, ਉਹ ਪਾਪ ਜੋ ਅੰਦਰ ਬੈਠਾ, ਉਸ ਦੀ ਮੁਕਤੀ ਪ੍ਰਭੂ ਯਿਸੂ ਮਸੀਹ ਆ। ਉਸ ਦੀ ਕੀਮਤ ਪ੍ਰਭੂ ਯਿਸੂ ਮਸੀਹ ਆ। ਉਹ ਦੇਹਧਾਰੀ ਹੋ ਕੇ ਅੰਦਰ ਆਉਂਦਾ ਔਰ ਇਨਸਾਨ ਨੂੰ ਅੰਦਰੋਂ ਬਦਲਦਾ। ਯਿਸੂ ਮਸੀਹ ਕਦੀ ਵੀ ਆਪਣੇ ਗਿਆਨ ਦੇ ਨਾਲ ਬੰਦੇ ਨੂੰ ਨਹੀਂ ਬਦਲਦਾ, ਉਹ ਪਵਿੱਤਰ ਆਤਮਾ ਦੇ ਨਾਲ ਇਨਸਾਨ ਨੂੰ ਬਦਲਦਾ। ਉਹ ਸਾਡੇ ਵਿੱਚ ਆਇਆ, ਦੇਹਧਾਰੀ ਹੋਇਆ ਔਰ ਸਾਡੇ ਵਿੱਚ ਆਇਆ। ਮੇਰੇ ਪਿਆਰੇ ਭੈਣੋ ਤੇ ਭਰਾਓ, ਪ੍ਰਭੂ ਏਦਾਂ ਦਿਆਂ ਸਮਿਆਂ ਤੇ ਸਾਨੂੰ ਹਮੇਸ਼ਾ ਇਹ ਮੌਕਾ ਦਿੰਦਾ ਆ ਕਿ ਉਸ ਦੇ ਇਸ ਵੱਡੇ ਦਿੱਤੇ ਗਏ ਗਿਫਟ ਨੂੰ ਪਹਿਚਾਣੀਏ। ਇਨਸਾਨ ਦੀ ਸਭ ਤੋਂ ਜਿਹੜੀ ਵੱਡੀ ਜ਼ਰੂਰਤ ਆ ਉਹ ਇਹ ਆ ਕਿ ਜਦ ਇਸ ਧਰਤੀ ਤੋਂ ਉਸਨੇ ਜਾਣਾ ਤੇ ਉਸਨੇ ਕਿੱਥੇ ਜਾਣਾ। ਉਹ ਕਿੱਥੇ ਜਾ ਰਿਹਾ? ਔਰ ਇਨਸਾਨ ਸਭ ਤੋਂ ਘੱਟ ਇਸ ਦੇ ਬਾਰੇ ਸੋਚਦਾ, ਸਭ ਤੋਂ ਘੱਟ। ਸਭ ਤੋਂ ਵੱਡੀ ਪਰਮੇਸ਼ਵਰ ਦੀ ਦਿੱਤੀ ਹੋਈ ਬਖਸ਼ਿਸ਼ ਜੋ ਉਸਨੇ ਇਨਸਾਨ ਦੀ ਜਾਤ ਨੂੰ ਦੇ ਦਿੱਤੀ,
ਉਸ ਦੇ ਵੱਲ ਅਸੀਂ ਸਭ ਤੋਂ ਘੱਟ ਧਿਆਨ ਆਪਣਾ ਦਿੰਦੇ ਹਾਂ। ਇਹ ਗਿਫਟ ਆ ਜੋ ਅਸੀਂ ਆਪਣੇ ਕ੍ਰਿਸਮਸ ਦੇ ਵੇਲੇ ਆਪਣੇ ਬੱਚਿਆਂ ਨੂੰ ਗਿਫਟ ਦਿੰਦੇ ਆ ਨਾ, ਇਹ ਇੱਕ ਕ੍ਰਿਸਮਸ ਦਾ ਇੱਕ ਉਦਾਹਰਨ ਆ। ਇਹ ਕ੍ਰਿਸਮਸ ਦੀ ਇੱਕ ਉਦਾਹਰਨ ਆ ਜੋ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਕਰਦੇ ਹਾਂ। ਜਿਹੜੀ ਅਸਲੀਅਤ ਆ ਉਹ ਇਹ ਆ ਕਿ ਪਰਮੇਸ਼ਵਰ ਨੇ ਜਗਤ ਨੂੰ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਇੱਕ ਗਿਫਟ ਦੇ ਤੌਰ ਤੇ ਸਾਨੂੰ ਦੇ ਦਿੱਤਾ ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਨਾਸ਼ ਨਾ ਹੋਏ ਪਰ ਸਦਾ ਦੀ ਜ਼ਿੰਦਗੀ ਪਾਏ, ਸਦਾ ਦੀ ਜ਼ਿੰਦਗੀ ਪਾਏ, ਸਦਾ ਦੀ ਉਹ ਪ੍ਰਭੂ ਦੀ ਨਜ਼ਦੀਕੀ ਪਾਏ, ਉਸ ਦੀ ਹਜ਼ੂਰੀ ਪਾਏ। ਅਸੀਂ ਥੱਕਿਓ ਸਮੇਂ ਦੇ ਵਿੱਚ ਰਹਿ ਰਹੇ ਹਾਂ। ਸਾਡੇ ਇੰਨੇ ਬੱਚੇ ਆ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਆ। ਲੋਕ ਮਰ ਰਹੇ ਆ, ਮਾਰ ਰਹੇ ਇੱਕ ਦੂਜੇ ਨੂੰ, ਦੂਸਰਿਆਂ ਨੂੰ ਮਾਰ ਕੇ ਆਪ ਮਾਰ ਰਹੇ ਆ। ਅਸੀਂ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਜੀ ਰਹੇ ਹਾਂ ਔਰ ਸਾਨੂੰ ਪਤਾ ਆ ਕਿ ਇਹ ਸਮੇਂ ਠੀਕ ਨਹੀਂ ਹੋਣੇ। ਇਹ ਗਾਂ ਤੋਂ ਗਾਂ ਇਹ ਕੰਮ ਵਧਣਾ ਆ। ਲੇਕਿਨ ਐਦਾਂ ਦੇ ਸਮੇਂ ਦੇ ਵਿੱਚ ਪ੍ਰਭੂ ਐਦਾਂ ਦੇ ਦਿਨਾਂ ਦੇ ਵਿੱਚ ਸਾਨੂੰ ਆਵਾਜ਼ ਦਿੰਦਾ ਕਿ ਮੈਂ ਤੇਰੇ ਲਈ ਕੋਈ ਕੰਮ ਕੀਤਾ ਆ। ਤੂੰ ਥੱਕਿਆ ਆ, ਮੇਰੇ ਕੋਲ ਆ, ਮੇਰੇ ਕੋਲ ਆ। ਬਾਣੀ, ਜੋ ਪ੍ਰਭੂ ਦੀ ਬਾਣੀ ਸਾਨੂੰ ਦਿੱਤੀ ਗਈ ਆ, ਬਾਣੀ ਸਾਨੂੰ ਹਮੇਸ਼ਾ ਇਹ ਕਹਿੰਦੀ ਆ ਕਿ ਤੂੰ ਸੱਤ ਦੀ ਖੋਜ ਕਰ, ਤੂੰ ਸੱਤ ਦੀ ਖੋਜ ਕਰ, ਨਾਮ ਜਪ, ਨਾਮ ਜਪ। ਔਰ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹ ਕੇ ਹਟੇ ਹਾਂ ਕਿ ਤੂੰ ਇਸ ਦਾ ਨਾਮ ਯਸੂ ਰੱਖਣਾ, ਕਿਉਂਕਿ ਇਹ ਆਪਣਿਆਂ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ। ਨਾਮ ਯਸੂ ਨਾਮ ਉਹਨਾਂ ਨੂੰ ਤੁਹਾਡਿਆਂ ਪਾਪਾਂ ਤੋਂ, ਮੇਰਿਆਂ ਪਾਪਾਂ ਤੋਂ ਮੈਨੂੰ ਛੁਟਕਾਰਾ ਦਿੰਦਾ। ਸਾਨੂੰ ਕਿਹਾ ਜਾਂਦਾ ਕਿ ਤੂੰ ਸੱਚਾਈ ਦੀ ਲੱਭ, ਰਸਤਾ ਲੱਭ, ਸ਼ਾਂਤੀ ਲੱਭ, ਫਿਰ ਤੈਨੂੰ ਆਰਾਮ ਮਿਲੇਗਾ, ਫਿਰ ਤੇਰੀ ਆਤਮਾ ਨੂੰ ਆਰਾਮ ਮਿਲੇਗਾ। ਇਹ ਸਾਨੂੰ ਬਾਣੀ ਦੱਸਦੀ ਆ। ਲੇਕਿਨ ਬਾਣੀ ਦੇਹਧਾਰੀ ਹੋ ਕੇ ਜੋ ਸਾਡੇ ਵਿੱਚ ਆਈ, ਉਹ ਸਾਨੂੰ ਕਹਿੰਦੀ ਆ ਕਿ ਰਾਹ ਮੈਂ ਆ। ਜਿਸ ਲਈ ਤੁਸੀਂ ਪ੍ਰਭੂ ਦਾ ਵਚਨ ਪੜ੍ਹਦੇ ਆ, ਇਸ ਕਰਕੇ ਮੈਂ ਤੁਹਾਨੂੰ ਕਿਹਾ ਪ੍ਰਭੂ ਦਾ ਵਚਨ ਲੈ ਕੇ ਜਾਇਓ। ਯਿਸੂ ਕਹਿੰਦਾ ਰਾਹ ਮੈਂ ਆ, ਬਾਣੀ ਦੇਹਧਾਰੀ ਕਹਿੰਦੀ ਆ ਰਾਹ ਮੈਂ ਆ, ਔਰ ਸੱਚ ਮੈਂ ਆ, ਜ਼ਿੰਦਗੀ ਮੈਂ ਆ। ਮੇਰੇ ਕੋਲ ਆ, ਮੈਂ ਤੈਨੂੰ ਆਰਾਮ ਦਊਂਗਾ, ਮੈਂ ਤੈਨੂੰ ਆਰਾਮ ਦਊਂਗਾ, ਮੈਂ ਤੇਰੇ ਨਾਲ ਰਹੂੰਗਾ, ਮੈਂ ਤੇਰੇ ਅੰਦਰ ਰਹੂੰਗਾ, ਮੈਂ ਤੈਨੂੰ ਅਨਾਥ ਨਹੀਂ ਛੱਡੂੰਗਾ, ਮੈਂ ਤੈਨੂੰ ਅਨਾਥ ਨਹੀਂ ਛੱਡੂੰਗਾ, ਮੈਂ ਤੇਰੇ ਨਾਲ ਰਹੂੰਗਾ। ਸਾਡੀ ਮੁਸੀਬਤ ਇਹ ਆ ਕਿ ਅਸੀਂ ਪ੍ਰਭੂ ਤੋਂ ਉਹਨਾਂ ਚੀਜ਼ਾਂ ਦੀਆਂ ਭਾਲ ਕਰਦੇ ਹਾਂ ਜਿਹੜੀਆਂ ਚੀਜ਼ਾਂ ਸਾਨੂੰ ਕਿਸੇ ਹੋਰ ਪਾਸੇ ਨੂੰ ਸਾਡਾ ਧਿਆਨ ਲੈ ਕੇ ਜਾਂਦੀਆਂ। ਪਰ ਅਗਰ ਅਸੀਂ ਉਸ ਬਾਣੀ ਦੇਹਧਾਰੀ ਵੱਲ ਧਿਆਨ ਦਈਏ ਜੋ ਸਾਨੂੰ ਬਖਸ਼ੀ ਗਈ, ਜੋ ਉਸ ਖੁਰਲੀ ਦੇ ਵਿੱਚ ਸਾਡੇ ਕੋਲ ਆਈ, ਉਸ ਦਾ ਜਨਮ ਇੱਕ ਐਸੀ ਜਗ੍ਹਾ ਦੇ ਉੱਤੇ ਹੋਇਆ ਜਿੱਥੇ ਰਾਜੇ ਜਾ ਸਕਦੇ ਸੀ ਔਰ ਗਰੀਬ ਤੋਂ ਗਰੀਬ ਇਨਸਾਨ ਜਾ ਸਕਦਾ ਸੀ। ਕਈ ਵਾਰੀ ਮੈਨੂੰ ਪੁੱਛਦੇ ਆ ਕਿ ਜੇ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਸੀ ਤਾਂ ਖੁਰਲੀ ਦੇ ਵਿੱਚ ਕਿਉਂ ਪੈਦਾ ਹੋਇਆ, ਉਹਨੂੰ ਉੱਥੇ ਜਗ੍ਹਾ ਕਿਉਂ ਮਿਲੀ? ਭਈ ਉਹ ਐਸੀ ਜਗ੍ਹਾ ਸੀ ਜਿੱਥੇ ਗਰੀਬ ਤੋਂ ਗਰੀਬ ਇਨਸਾਨ ਵੀ ਜਾ ਸਕਦਾ ਸੀ, ਜਿਸ ਨੂੰ ਰੋਕਿਆ ਨਹੀਂ ਜਾਣਾ ਸੀ ਕਿ ਤੂੰ ਅੰਦਰ ਨਹੀਂ ਜਾ ਸਕਦਾ। ਔਰ ਅਮੀਰ ਤੋਂ ਅਮੀਰ ਇਨਸਾਨ ਵੀ ਉੱਥੇ ਜਾ ਸਕਦਾ ਸੀ, ਗਿਆਨੀ ਵੀ ਉੱਥੇ ਜਾ ਸਕਦਾ ਸੀ ਤੇ ਅਨਪੜ੍ਹ ਵੀ ਉੱਥੇ ਜਾ ਸਕਦਾ ਸੀ, ਤਾਕਤਵਰ ਵੀ ਉੱਥੇ ਜਾ ਸਕਦਾ ਸੀ, ਕਮਜ਼ੋਰ ਵੀ ਜਾ ਸਕਦਾ ਸੀ। ਉਹ ਸਾਰਿਆਂ ਦੇ ਲਈ ਆਇਆ।
ਉਹ ਸਾਰਿਆਂ ਦੇ ਲਈ ਆਇਆ। ਔਰ ਪ੍ਰਭੂ ਦਾ ਸ਼ੁਕਰ ਇਹ ਆ ਕਿ ਉਹ ਸਾਡੀ ਧਰਤੀ ਤੇ ਆਇਆ, ਸਾਡੀ ਧਰਤੀ ਤੇ ਆਇਆ। ਸਾਡੇ ਕੋਲ ਮੌਕਾ ਆ ਕਿ ਉਸ ਬਾਣੀ ਦੇ ਧਾਰੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਜਾਈਏ। ਪ੍ਰਭੂ ਦੇ ਘਰੋਂ ਖਾਲੀ ਨਾ ਜਾਇਓ। ਇੱਕ ਗਿਫਟ ਪ੍ਰਭੂ ਨੇ ਵੀ ਸਾਡੇ ਲਈ ਰੱਖਿਆ ਹੈ, ਉਸ ਨੂੰ ਲੈ ਕੇ ਜਾਇਓ। ਔਰ ਉਹ ਹੈ ਯਿਸੂ ਮਸੀਹ ਆਪ। ਉਹ ਆਪਣਾ ਆਪ ਬੰਦੇ ਨੂੰ ਦਿੰਦਾ ਆ। ਉਹ ਕਹਿੰਦਾ ਮੈਂ ਤੈਨੂੰ ਆਪਣਾ ਆਪ ਦਿੰਦਾ। ਬਾਣੀ ਦੇ ਧਾਰੀ ਹੋਈ ਔਰ ਸਾਡੇ ਵਿੱਚ ਆਈ, ਤਾਂ ਕਿ ਉਹ ਸਾਡੇ ਵਿੱਚ ਰਹਿੰਦਾ, ਤਾਂ ਕਿ ਅਸੀਂ ਉਸ ਬਾਣੀ ਨੂੰ ਪੂਰਾ ਕਰ ਸਕੀਏ ਜੋ ਕਿਤਾਬਾਂ ਦੇ ਰਾਹੀਂ ਸਾਡੇ ਕੋਲ ਆਈ। ਅਸੀਂ ਸਿਰਫ ਇਸ ਦਾ ਜਾਪ ਕਰਨ ਵਾਲੇ ਨਾ ਬਣ ਜਾਈਏ, ਸਿਰਫ ਨਾਮ ਧਿਆਉਣ ਵਾਲੇ ਨਾ ਬਣ ਜਾਈਏ, ਬਲਕਿ ਇਹ ਬਾਣੀ ਨੂੰ ਰੱਖਣ ਵਾਲੇ ਬਣੀਏ। ਇਸ ਕਰਕੇ ਯਿਸੂ ਆਇਆ ਔਰ ਸਾਡੇ ਵਿੱਚ ਰਿਹਾ। ਮੇਰੇ ਪਿਆਰੇ ਭੈਣੋ ਤੇ ਭਰਾਓ, ਮੇਰੀ ਬੇਨਤੀ ਆ, ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਚੱਖ ਕੇ ਦੇਖੋ ਕਿ ਮੈਂ ਭਲਾ ਹਾਂ, ਫਿਰ ਤੁਸੀਂ ਜਾਣੋਗੇ ਕਿ ਮੈਂ ਭਲਾ ਹਾਂ। ਉਸ ਦਾ ਸਵਾਦ ਚੱਖ ਕੇ ਦੇਖੋ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਚੱਖ ਕੇ ਦੇਖ ਚੁੱਕੇ ਹੋ, ਬਹੁਤ ਜਗ੍ਹਾਵਾਂ ਤੇ ਤੁਸੀਂ ਜਾ ਕੇ ਦੇਖ ਚੁੱਕੇ ਹੋ। ਅਗਰ ਸਾਡੇ ਵਿੱਚ ਐਸਾ ਕੋਈ ਇਨਸਾਨ ਬੈਠਾ ਜਿਹੜਾ ਕਹਿੰਦਾ ਕਿ ਮੈਂ ਯਿਸੂ ਨੂੰ ਚੱਖ ਕੇ ਦੇਖਣਾ ਮੰਗਦਾ, ਮੈਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਦੇਖਣਾ ਮੰਗਦਾ, ਤੇ ਅੱਜ ਪ੍ਰਭੂ ਦੇ ਘਰੋਂ ਖਾਲੀ ਹੱਥ ਨਾ ਜਾਇਓ। ਤੁਸੀਂ ਸਰਵਿਸ ਤੋਂ ਬਾਅਦ ਮੈਨੂੰ ਮਿਲ ਸਕਦੇ ਹੋ। ਅਗਰ ਤੁਸੀਂ ਪ੍ਰਭੂ ਦੇ ਘਰ ਕੋਈ ਐਸਾ ਭਾਰ ਲੈ ਕੇ ਆਏ ਆ ਕਿ ਤੁਸੀਂ ਮੰਗਦੇ ਕਿ ਮੇਰੇ ਲਈ ਦੁਆ ਕੀਤੀ ਜਾਏ, ਤਾਂ ਪ੍ਰਭੂ ਦੇ ਘਰੋਂ ਉੱਦਾਂ ਨਾ ਜਾਇਓ, ਤੁਹਾਡੇ ਲਈ ਦੁਆ ਕੀਤੀ ਜਾਏਗੀ। ਤੁਸੀਂ ਸਰਵਿਸ ਤੋਂ ਬਾਅਦ ਮੈਨੂੰ ਮਿਲ ਸਕਦੇ ਆ। ਅਗਰ ਜੋ ਵਚਨ ਦੇ ਹਿੱਸੇ ਅਸੀਂ ਪੜ੍ਹੇ ਆ ਤੁਸੀਂ ਦੇਖਣਾ ਮੰਗਦੇ ਆ, ਪੜ੍ਹਨਾ ਮੰਗਦੇ ਆ, ਹੋਰ ਵਚਨ ਨੂੰ ਪੜ੍ਹਨਾ ਮੰਗਦੇ ਆ, ਔਰ ਇਸ ਬਾਣੀ ਦੇ ਧਾਰੀ ਬਾਰੇ ਜਾਣਨਾ ਮੰਗਦੇ ਆ, ਤੇ ਪ੍ਰਭੂ ਦੇ ਘਰੋਂ ਉਹਦਾ ਵਚਨ ਜ਼ਰੂਰ ਲੈ ਕੇ ਜਾਇਓ। ਅਸੀਂ ਤੁਹਾਡੇ ਸਾਰਿਆਂ ਦੇ ਲਈ ਇੱਕ ਭੋਜਨ ਤਿਆਰ ਕੀਤਾ, ਬੜੇ ਪ੍ਰੇਮ ਦੇ ਨਾਲ ਸਾਡੀ ਚਰਚ ਨੇ ਤਿਆਰ ਕੀਤਾ। ਉਸ ਨੂੰ ਖਾਧੇ ਬਗੈਰ ਕੋਈ ਨਾ ਜਾਏ, ਖਾਣਾ ਖਾਧੇ ਬਗੈਰ ਕੋਈ ਨਾ ਜਾਏ। ਅਗਰ ਹੋਰ ਕੋਈ ਚੀਜ਼ ਕਿਸੇ ਨੂੰ ਦੁਆ ਦੀ ਜ਼ਰੂਰਤ ਆ ਤਾਂ ਪਲੀਜ਼ ਕੰਟੈਕਟ ਅਸ, ਔਰ ਅਸੀਂ ਤੁਹਾਡੇ ਨਾਲ ਬੈਠ ਕੇ ਦੁਆ ਕਰਾਂਗੇ ਔਰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਤੁਹਾਡੇ ਲਈ ਮੰਗਾਂਗੇ। ਆਓ ਇਸ ਗੀਤ ਦੇ ਨਾਲ ਅਸੀਂ ਪ੍ਰਭੂ ਦੇ ਨਾਮ ਨੂੰ ਉੱਚਾ ਕਰੀਏ ਕਿ ਜੋ ਪ੍ਰਭੂ ਨੇ ਸਾਨੂੰ ਇਹ ਬਖਸ਼ਿਸ਼ ਦਿੱਤੀ ਆ, ਔਰ ਉਸ ਨੂੰ ਪਾ ਕੇ ਜਾਈਏ ਕਿ ਆਓ ਆਓ ਯਸੂ ਪਾਸ ਆਓ, वो ही बुलाता अभी। प्रभु यसू दे कोल आओ, क्योंकि वो सानू बुलाउंदा कि मेरे कोल आओ। आओ आओ यसू पास आओ, वो ही बुलाता अभी। वो अपनियां कोल आया पर अपने ने उसनू स्वीकार ना किया, पर जिन्नियां ने कहा कि यसू तू मेरे कोल आ, मेरे अंदर वास कर, उन्हां नू उसने परमेश्वर की संतान बनन दा अधिकार दिता। आओ इस गीत दे नाल प्रभु दे नाम नू वड्डा करिए। पास आओ, वो ही बुलाता अभी।
ਆਪਾਂ ਇੱਕ ਗੀਤ ਗਾਵਾਂਗੇ, ਖੁਸ਼ੀ ਖੁਸ਼ੀ ਮਨਾਓ, ਔਰ ਉਸ ਦੇ ਨਾਲ ਆਪਾਂ ਅੱਜ ਦੇ ਇਸ ਦਿਨ ਨੂੰ ਸੰਪੂਰਨ ਕਰਾਂਗੇ। ਖੜੇ ਰਹੋ, ਆਓ ਦੁਆ ਕਰੀਏ, ਔਰ ਖਾਣੇ ਦੇ ਲਈ ਵੀ ਅਸੀਂ ਦੁਆ ਕਰਾਂਗੇ, ਔਰ ਪ੍ਰਭੂ ਦੇ ਨਾਮ ਨੂੰ ਬਰਕਤ ਦੇਵਾਂਗੇ। ਪ੍ਰਭੂ ਜੀ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਕਿ ਅਸੀਂ ਅੱਜ ਦੇ ਦਿਨ ਤੇਰੀ ਹਜ਼ੂਰੀ ਦੇ ਵਿੱਚ ਆ ਸਕੇ। ਤੇਰੇ ਵਚਨ ਦੇ ਵਿੱਚ ਲਿਖਿਆ, ਖੁਦਾਵੰਦ ਧੰਨ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਔਰ ਆਪਣੇ ਨਜ਼ਦੀਕ ਆ ਲੈਣ ਦਿੰਦਾ, ਕਿ ਉਹ ਤੇਰੇ ਘਰ ਤੋਂ ਪੂਰਨਤਾ ਤੋਂ ਬਾਅਦ ਪੂਰਨਤਾ ਪ੍ਰਾਪਤ ਕਰੇ। ਤੇਰੇ ਘਰ ਦੀ ਭਰਪੂਰੀ ਤੋਂ ਸ਼ਾਦ ਹੋਵੇ। ਤੇਰਾ ਸ਼ੁਕਰ ਹੈ ਪ੍ਰਭੂ ਜੀ ਕਿ ਅਸੀਂ ਅੱਜ ਸਭ ਤੇਰੇ ਘਰ ਆ ਸਕੇ। ਅੱਜ ਦੇ ਇਸ ਦਿਹਾੜੇ ਤੇ, ਇਸ ਪਵਿੱਤਰ ਦਿਹਾੜੇ ਦੇ ਪ੍ਰਭੂ ਜੀ ਤੂੰ ਸਾਨੂੰ ਬਰਕਤ ਦੇਈਂ। ਮੇਰੀ ਦੁਆ ਹੈ ਆਪਣੇ ਭੈਣਾਂ ਭਰਾਵਾਂ ਦੇ ਲਈ ਪ੍ਰਭੂ ਜੀ, ਕਿ ਤੂੰ ਇਹਨਾਂ ਨੂੰ ਆਪਣੀ ਬਰਕਤਾਂ ਦੇ ਨਾਲ ਮਾਲਾ ਮਾਲ ਕਰੀ। ਨਵਾਂ ਸਾਲ ਜੋ ਆ ਰਿਹਾ, ਉਸ ਦੇ ਵਿੱਚ ਪ੍ਰਭੂ ਜੀ ਤੂੰ ਆਪਣੀ ਸੰਭਾਲ ਵਾਲਾ ਹੱਥ ਔਰ ਆਪਣੀਆਂ ਬਰਕਤਾਂ ਦੇ ਨਾਲ ਤੂੰ ਭਰਪੂਰੀ ਦੇ। ਜੋ ਤੂੰ ਸਾਨੂੰ ਖਾਣਾ ਬਖਸ਼ਿਆ ਉਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ ਹਾਂ। ਜਿਨ੍ਹਾਂ ਹੱਥਾਂ ਨੇ ਬਣਾਇਆ ਪ੍ਰਭੂ ਜੀ, ਤੇਰਾ ਸ਼ੁਕਰ ਕਰਦੇ ਹਾਂ ਕਿ ਉਹਨਾਂ ਨੇ ਇਸ ਦਿਨ ਨੂੰ ਚੁਣਿਆ ਕਿ ਉਹ ਤੇਰੇ ਨਾਮ ਦੀ ਖਾਤਰ ਕੁਝ ਕਰ ਸਕਣ। ਔਰ ਤੇਰਾ ਵਚਨ ਦੱਸਦਾ ਕਿ ਜੋ ਕੋਈ ਤੇਰੇ ਨਾਮ ਦੇ ਲਈ ਕੁਝ ਕਰਦਾ, ਪ੍ਰਭੂ ਜੀ ਤੂੰ ਉਸ ਨੂੰ ਆਪਣੇ ਘਰ ਦੀਆਂ ਕੰਧਾਂ ਔਰ ਖਿੜਕੀਆਂ ਖੋਲ ਕੇ ਉੱਤੋਂ ਪ੍ਰਭੂ ਜੀ ਬਰਸਾਤ ਕਰਦਾ, ਆਪਣੀਆਂ ਬਰਕਤਾਂ ਦੀ ਬਰਸਾਤ ਕਰਦਾ। ਜਿਸ ਕਮਾਈ ਦੇ ਵਿੱਚੋਂ ਆਇਆ ਉਸ ਕਮਾਈ ਨੂੰ ਬਰਕਤ ਦੇ। ਇਸ ਸਮੇਂ ਦੇ ਵਿੱਚ ਬਰਕਤ ਪਾਈ। ਅਸੀਂ ਹੁਣ ਇਕੱਠੇ ਬੈਠ ਕੇ ਖਾਵਾਂ ਪੀਵਾਂਗੇ, ਸਾਡੀ ਗੱਲਬਾਤ 'ਚ ਤੂੰ। ਔਰ ਪ੍ਰਭੂ ਜੀ ਜਦੋਂ ਅਸੀਂ ਤੇਰੇ ਘਰੋਂ ਜਾਈਏ ਤਾਂ ਪ੍ਰਭੂ ਜੀ ਸਾਡੇ ਰਸਤਿਆਂ ਦੀ ਔਰ ਸਭ ਤੋਂ ਜ਼ਿਆਦਾ ਸਾਡਿਆਂ ਕੰਮਾਂ ਦੀ ਸੰਭਾਲ ਤੂੰ ਕਰ। ਸਾਡੀ ਸੋਚ ਚਾਲ ਚਲਨ ਪ੍ਰਭੂ ਜੀ ਤੇਰੇ ਵਿੱਚ। ਇਹ ਅਸੀਂ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੰਗਦੇ ਹਾਂ। ਔਰ ਪ੍ਰਭੂ ਜੀ ਇਸ ਖੁਸ਼ੀ ਵਾਲੇ ਦਿਨ ਅਸੀਂ ਅੱਜ ਤੇਰੇ ਨਾਮ 'ਚ ਖੁਸ਼ੀ ਮਨਾਵਾਂਗੇ, ਔਰ ਤੂੰ ਸਾਡੀ ਮਦਦ ਕਰੇ ਤੇਰੇ ਮਿੱਠੇ ਪਿਆਰੇ ਯਿਸੂ ਨਾਮ। ਆਓ ਇਸ ਗੀਤ ਦੇ ਨਾਲ ਪ੍ਰਭੂ ਦੇ ਨਾਮ ਨੂੰ ਬਰਕਤ ਦੇਈਏ। ਖੁਸ਼ੀ ਖੁਸ਼ੀ ਮਨਾਓ, ਖੁਸ਼ੀ खुशी मनाओ, बोलो बोलो मसीहा की जय जय जय। बोलो बोलो मसीहा की जय जय जय। मेरे लिए आया, मेरे लिए जिया, मेरे लिए आया, मेरे लिए जिया, मेरे लिए यीशु ने दुख उठाया, मेरे लिए यीशु
ਤੇਰਾ ਬਹੁਤ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਮੇਰੀ ਦੁਆ ਹੈ ਪਿਆਰੇ ਬਾਪ, ਤੇਰੀ ਨਿਗਾਹਬਾਨੀ ਤੇਰੇ ਬੱਚਿਆਂ ਤੇ ਲੱਗੀ ਰਹੇ। ਮੇਰੀ ਦੁਆ ਪ੍ਰਭੂ ਜੀ, ਪ੍ਰਭੂ ਯਿਸੂ ਤੇਰਾ ਸਾਥ ਸਾਡੇ ਸਭ ਦੇ ਨਾਲ ਬਣਿਆ ਰਹੇ ਔਰ ਸਾਡੇ ਅੰਦਰ ਪਵਿੱਤਰ ਆਤਮਾ ਦੀ ਭਰਪੂਰੀ ਬਣੀ ਰਹੇ। ਅਸੀਂ ਤੇਰੇ ਛੋਟੇ ਰਸਤੇ ਤੇ ਚੱਲਦੇ ਰਹੀਏ। ਅਸੀਂ ਆਪਣੇ ਆਪ ਲਈ ਔਰ ਦੂਸਰਿਆਂ ਦੇ ਲਈ ਹਮੇਸ਼ਾ ਬਰਕਤ ਦਾ ਕਾਰਨ ਬਣੀਏ। ਇਹ ਸਭ ਕੁਝ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੰਗਦੇ ਹਾਂ। ਔਰ ਸਾਰੀ ਸੰਗਤ ਕਹੇ ਖੁਦਾਵੰਦ ਤੁਹਾਨੂੰ ਬਰਕਤ ਦੇ, ਆਪਣੀ ਸ਼ਾਂਤੀ ਦੇ ਵਿੱਚ ਬਣਾ ਕੇ ਰੱਖੇ, ਆਪਣੇ ਆਰਾਮ ਦੇ ਨਾਲ ਤੁਹਾਨੂੰ ਆਪਣੇ ਘਰੋਂ ਲੈ ਕੇ ਜਾਏ ਔਰ ਆਪਣੀਆਂ ਬਰਕਤਾਂ ਦੇ ਨਾਲ ਮਾਲਾ ਮਾਲ ਰੱਖੇ। ਅਸੀਂ ਜਿਮ ਦੇ ਵਿੱਚ ਖਾਣਾ ਸਾਰਾ ਸੈੱਟ ਆ, ਉੱਥੇ ਖਾਵਾਂਗੇ। ਅਗਰ ਕਿਸੇ ਨੂੰ ਦੁਆ ਦੀ ਜ਼ਰੂਰਤ ਹੈ ਤੁਸੀਂ ਮੈਨੂੰ ਮਿਲ ਸਕਦੇ ਆ। ਅਗਰ ਤੁਹਾਨੂੰ ਬਾਈਬਲ ਦੀ ਜ਼ਰੂਰਤ ਆ, ਬਾਈਬਲਾਂ ਜਿਹੜੀਆਂ ਆ ਉਹ ਵੀ ਜਿਮ ਦੇ ਵਿੱਚ ਪਈਆਂ। ਅਗਰ ਤੁਸੀਂ ਪ੍ਰਭੂ ਦੇ ਘਰ ਦੇ ਲਈ ਕੁਝ ਦੇਣਾ ਮੰਗਦੇ ਆ ਤੇ ਸਾਡੀ ਦਾਨ ਦੀ ਪੇਟੀ ਵੀ ਉੱਥੇ ਜਿਮ ਦੇ ਵਿੱਚ ਪਈ ਆ। ਖੁਦਾਵੰਦ ਤੁਹਾਨੂੰ ਬਰਕਤ ਦੇ, ਤੁਹਾਡੇ ਨਾਲ ਬਣਿਆ ਰਹੇ। ਥੈਂਕਸ ਫॉर ਕਮਿੰਗ ਐਂਡ ਬਲੈਸ ਯੂ ਆਲ।